ਮੈਂ ਬਲਿੰਦਰ ਸਿੰਘ ਵਰਮਾਨੀ ਤੇ ਨਾਰਥ ਅਮਰੀਕਾ ਟਰੱਕਿੰਗ ਸ਼ੋਅ ਲੈ ਕੇ ਇੱਕ ਵਾਰ ਫੇਰ ਆ ਤੁਹਾਡੇ ਰੂਬਰੂ। ਕੋਰੋਨਾ ਕਾਲ ਇਸ ਸਮੇਂ ਛਾਇਆ ਹੋਇਆ ਪਰ ਸਾਡੇ ਡਰਾਈਵਰ ਭਰਾ ਲਗਾਤਾਰ ਬਿਨਾਂ ਕਿਸੇ ਖੌਫ ਦੇ ਡਰਾਈਵਿੰਗ ਕਰਦੇ ਵਿਖਾਈ ਦੇ ਰਹੇ ਨੇ। ਜੀ ਹਾਂ, ਸਰਕਾਰਾਂ ਵੱਲੋਂ ਭਾਵੇਂ ਕੁਝ ਰਾਹਤ ਵੀ ਦਿੱਤੀ ਗਈ ਹੈ, ਪਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਇਸ ਸਮੇਂ ਡਰਾਈਵਰ ਭਰਾਵਾਂ ਨੂੰ ਦਰਪੇਸ਼ ਨੇ। ਕੋਵਿਡ-19 ਦੀ ਮਾਰ ਕਿਸ ਤਰ੍ਹਾਂ ਡਰਾਈਵਰ ਭਰਾਵਾਂ ਤੇ ਪਈ ਹੈ। ਇਸ ਤੋਂ ਇਲਾਵਾ ਅਮਰੀਕਾ ਅੰਦਰ ਟਰੱਕਾਂ ਦੀ ਖਰੀਦੋ ਫਰੋਖਤ ਬਹੁਤ ਜ਼ਿਆਦਾ ਵਿਖਾਈ ਦੇ ਰਹੀ ਹੈ। ਟਰੱਕਿੰਗ ਇੰਡਸਟਰੀ ਨੂੰ ਆਉਣ ਵਾਲੇ ਲੰਬੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਨੇ। ਜੀ ਹਾਂ, ਇਹਨਾਂ ਸਭ ਗੱਲਾਂ ਬਾਰੇ ਅੱਜ ਅਸੀਂ ਵਿਸਥਾਰ ਨਾਲ ਗੱਲ ਕਰਾਂਗੇ ਆਪਣੇ ਨਾਰਥ ਅਮਰੀਕਾ ਟਰੱਕਿੰਗ ਸ਼ੋਅ ਵਿੱਚ। ਤਾਂ ਫਿਰ ਆਗਾਜ਼ ਕਰਦੇ ਹਾਂ ਆਪਣੇ ਪ੍ਰੋਗਰਾਮ ਦਾ ਅਤੇ ਨਾਲ ਹੀ ਤੁਹਾਡੇ ਵੱਲੋਂ ਭੇਜੇ ਗਏ ਸਵਾਲਾਂ ਦੇ ਦੇਵਾਂਗੇ ਜਵਾਬ। ਸੋ ਸ਼ੁਰੂ ਕਰਦੇ ਹਾਂ ਆਪਣਾ ਪ੍ਰੋਗਰਾਮ ਨਾਰਥ ਅਮਰੀਕਾ ਟਰੱਕਿੰਗ ਸ਼ੋਅ। और हमेशा की तरह आज मेरे नाल मौजूद ने सरदार रजिंदर सिंह टांडा साहब, जो कि ग्लोबल ट्रक परमिट से ओनर ने। इस तो इलावा ट्रक परमिट की लोड़ होवे या फिर ट्रक लाइसेंस प्लेट सी कंप्लायंस सर्विसेज विच भी पिछले 15 सालों तो पंजाबी भरावां दी लगातार सेवा कर रहे हैं सरदार रजिंदर सिंह टांडा साहब। टांडा साहब, बहुत बहुत स्वागत एक बार फिर तो नॉर्थ अमेरिका ट्रकिंग शो विच। ਬਲਿੰਦਰ ਸਿੰਘ ਜੀ, ਤੁਹਾਡੀ ਟੀਮ ਅਤੇ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਔਰ ਮੇਰੇ ਵੱਲੋਂ ਬੜੀ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਸ਼ੁਰੂ ਕਰਦੇ ਹਾਂ ਸਵਾਲਾਂ ਦਾ। ਅੱਜ ਪਿਟਾਰਾ ਖੋਲਦੇ ਹਾਂ ਟਾਂਡਾ ਸਾਹਿਬ। ਔਰ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਸ਼ੁਰੂਆਤ ਵਿੱਚ ਹੀ ਕਿਹਾ ਕਿ ਕਰੋਨਾ ਕਾਲ ਇਸ ਸਮੇਂ ਛਾਇਆ ਹੋਇਆ ਹੈ। ਭਾਵੇਂ ਟਰੱਕ ਉਹਨਾਂ ਦਿਨਾਂ ਵਿੱਚ ਲਗਾਤਾਰ ਚੱਲ ਰਹੇ ਸਨ ਜਦੋਂ ਹਰ ਪਾਸੇ ਲੋਕਡਾਊਨ ਛਾਇਆ ਹੋਇਆ ਸੀ। ਡਰਾਈਵਰ ਭਰਾ ਸਾਡੇ ਲਗਾਤਾਰ ਬਿਨਾਂ ਕਿਸੇ ਖੌਫ ਦੇ ਡਰਾਈਵਿੰਗ ਕਰਦੇ ਨਜ਼ਰ ਆ ਰਹੇ ਸਨ ਸਾਨੂੰ। ਪਰ ਜੇਕਰ ਅੱਜ ਦੀ ਗੱਲ ਕਰੀਏ, ਜਦੋਂ ਸਰਕਾਰਾਂ ਵੱਲੋਂ ਕੁਝ ਰਾਹਤ ਵੀ ਦਿੱਤੀ ਗਈ ਹੈ, ਤਾਂ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਅਮਰੀਕਾ ਵਿੱਚ ਓਵਰਆਲ ਟਰੱਕਿੰਗ ਇੰਡਸਟਰੀ। ਕੋਵਿਡ-19 ਦੀ ਮਾਰ ਦਾ ਅਸਰ ਕਿਸ ਤਰ੍ਹਾਂ ਬਿਆਨ ਕਰੋਗੇ ਤੁਸੀਂ? ਬਲਿੰਦਰ ਸਿੰਘ ਜੀ, ਜੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ, ਫਰਵਰੀ ਮਾਰਚ ਤੋਂ ਗੱਲ ਸ਼ੁਰੂ ਕਰੀਏ, ਜਦੋਂ ਕੋਵਿਡ ਦਾ ਇਹ ਸਾਰਾ ਕੁਝ ਸਟਾਰਟ ਹੋਇਆ, ਜਦੋਂ ਕਿ ਮਹਾਮਾਰੀ ਜਿਹੜੀ ਹੈ ਉਹਨੇ ਆਪਣੀ ਗ੍ਰਿਫਤ ਵਿੱਚ ਲੋਕਾਂ ਨੂੰ ਲੈਣਾ ਸ਼ੁਰੂ ਕੀਤਾ। ਤੇ ਫਰਵਰੀ ਜਿਹੜਾ ਲੋਕਡਾਊਨ ਆ ਕਰੀਬ 12-13 ਮਾਰਚ ਨੂੰ ਪੂਰੇ ਅਮਰੀਕਾ ਦੇ ਅੰਦਰ ਹੋ ਗਿਆ ਸੀ। ਔਰ ਸਾਰੇ ਆਫਿਸਿਸ ਵਗੈਰਾ, ਸਾਰੇ ਜਿਹੜੇ ਨੋਰਮਲ ਸਟੋਰਸ ਔਰ ਤੁਹਾਡੇ ਰੈਸਟੋਰੈਂਟਸ ਵਗੈਰਾ ਜਿਹੜੇ ਸਾਰੇ ਬੰਦ ਹੋ ਚੁੱਕੇ ਸੀ। ਪਰ ਟਰੱਕਿੰਗ ਇੱਕ ਇੰਡਸਟਰੀ ਐਸੀ ਰਹੀ ਹੈ ਜਿਹੜੀ ਕਿ ਬਾਕੀ ਸਾਰੀਆਂ ਉਸ ਐਸੈਂਸ਼ੀਅਲ ਸਰਵਿਸਿਜ਼ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਈ ਹੈ, ਜਿਨ੍ਹਾਂ ਵਿੱਚ ਪੁਲਿਸ, ਨਰਸਿੰਗ, ਹਸਪੀਟਲ ਸਟਾਫ ਤੇ ਹੋਰ ਜਿਹੜੇ 2-4 ਐਸੇ ਡਿਪਾਰਟਮੈਂਟ ਸਨ ਜਾਂ ਐਸੇ ਕਿੱਤੇ ਸਨ ਜਿਨ੍ਹਾਂ ਤੋਂ ਬਗੈਰ ਜ਼ਿੰਦਗੀ ਨਹੀਂ ਚੱਲ ਸਕਦੀ। ਟਰੱਕਿੰਗ ਨੂੰ ਵੀ ਉਸੇ ਵਿੱਚ ਸ਼ਾਮਲ ਕੀਤਾ ਗਿਆ। ਔਰ ਟਰੱਕਿੰਗ ਇੰਡਸਟਰੀ ਤੇ ਹਾਲਾਂਕਿ ਇਹ ਬਹੁਤ ਹੀ ਭਾਰਾ ਸਮਾਂ ਸੀ, ਡਰਾਈਵਰਸ ਵਾਸਤੇ ਬੜਾ ਔਖਾ ਸਮਾਂ ਸੀ, ਪਰ ਫਿਰ ਵੀ ਟਰੱਕ ਡਰਾਈਵਰਸ ਕਹਿ ਲਓ ਕਿ 70% ਜਿਹੜੇ ਟਰੱਕ ਡਰਾਈਵਰ ਹੈ ਉਹ ਰੋਡ ਤੇ ਰਹੇ ਆ। ਔਰ ਉਹਨਾਂ ਨੇ ਬੜੀ ਹੀ ਇੱਕ ਦਲੇਰੀ ਦਾ ਔਰ ਬੜਾ ਹੀ ਕਹਿ ਲਓ ਕਿ ਦੇਸ਼ ਭਗਤੀ ਦਾ ਜਿਹੜਾ ਸਬੂਤ ਹੈ ਉਹ ਅਮਰੀਕਾ ਵਿੱਚ ਦਿੱਤਾ। ਹਾਲਾਂਕਿ ਕੋਵਿਡ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਪਰ ਉਸ ਦੇ ਬਾਵਜੂਦ ਵੀ ਉਹਨਾਂ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਜੋ ਉਹਦੀਆਂ ਕਹਿ ਲਓ ਕਿ ਨੋਰਮ ਸੀਗੀਆਂ ਜਾਂ ਜੋ ਉਹਦੀਆਂ ਜ਼ਰੂਰਤਾਂ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਪੂਰੀਆਂ ਕੀਤੀਆਂ ਔਰ ਲੋਕਾਈ ਦਾ ਉਹਨਾਂ ਨੇ ਬੜਾ ਵੱਡਾ ਸਾਥ ਦਿੱਤਾ। ਮੈਂ ਸਮਝਦਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਦੋਂ ਕੋਵਿਡ ਦੀ ਸ਼ੁਰੂਆਤੀ ਦੌਰ ਦੇ ਵਿੱਚ ਟਰੱਕਿੰਗ ਇੰਡਸਟਰੀ ਜਿੱਥੇ ਤਾਂ ਫਿਜ਼ੀਕਲੀ ਉਹਦੇ ਵਿੱਚ ਕੰਮ ਕਰਨਾ ਬੜਾ ਔਖਾ ਸੀ ਲੋਕਡਾਊਨ ਕਰਕੇ, ਉਹ ਤਾਂ ਇੱਕ ਕਾਰਨ ਸੀ, ਪਰ ਉਹਦੇ ਨਾਲ ਹੀ ਟਰੱਕਿੰਗ ਇੰਡਸਟਰੀ ਫਾਈਨੈਂਸ਼ੀਅਲੀ ਬਹੁਤ ਵੱਡੀ ਮਾਰ ਪਈ ਹੈ ਉਹਨਾਂ ਸ਼ੁਰੂਆਤੀ ਦੌਰ ਦੇ ਵਿੱਚ। ਫਰਵਰੀ, ਕਿਉਂਕਿ ਜਨਵਰੀ ਔਰ ਫਰਵਰੀ ਦਾ ਮਹੀਨਾ ਹੈਗਾ, ਇਹ ਅਮਰੀਕਾ ਦੇ ਵਿੱਚ ਬਹੁਤ ਸਲੋ ਮਹੀਨਿਆਂ 'ਚ ਮੰਨਿਆ ਜਾਂਦਾ। ਟਰੱਕਿੰਗ ਇੰਡਸਟਰੀ ਵਿੱਚ ਕੰਮ ਬਹੁਤ ਘੱਟ ਹੁੰਦਾ। ਸੋ ਮਾਰਚ ਪਹਿਲੀ ਤੋਂ ਟਰੱਕ ਡਰਾਈਵਰ ਜਿਹੜੇ ਇੱਕ ਆਸ ਦੇ ਉੱਤੇ ਬੈਠੇ ਹੁੰਦੇ ਆ ਕਿ ਜਿਹੜੇ ਸਾਡੇ ਰੇਟ ਵਧਣਗੇ ਔਰ ਸਾਡਾ ਕੰਮ ਜਿਹੜਾ ਆ ਉਹ ਦੁਬਾਰਾ ਸ਼ੁਰੂ ਹੋਏਗਾ। ਪਰ ਬਦਕਿਸਮਤੀ ਇਹ ਰਹੀ ਕਿ ਮਾਰਚ ਵਿੱਚ ਲੋਕਡਾਊਨ ਹੋਣ ਕਰਕੇ ਮਾਰਚ, ਅਪ੍ਰੈਲ ਅਪ ਟੂ ਮਈ ਟਰੱਕਿੰਗ ਇੰਡਸਟਰੀ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਜਿਹੜੇ ਰੇਟ ਆ ਉਹ ਬੁਰੀ ਤਰ੍ਹਾਂ ਡਿੱਗੇ। ਜਿਹੜਾ ਫਰੇਟ ਆ ਉਹਦੇ ਨੰਬਰ ਆਫ ਰੇਟ ਹੈਗਾ, ਨੰਬਰ ਆਫ ਲੋਡਸ ਹੈਗੇ ਜਿਹੜੇ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਹਿੱਟ ਹੋਏ। ਮਾਰਚ, ਅਪ੍ਰੈਲ, ਮਈ ਤਾਂ ਕੋਵਿਡ ਕਰਕੇ ਕੰਮ ਕਰਨਾ ਬੜਾ ਔਖਾ ਸੀ, ਬਹੁਤ ਜ਼ਿਆਦਾ ਉਦੋਂ ਲੋਕਾਂ ਦੇ ਵਿੱਚ ਡਰ ਸੀ, ਭੈ ਸੀ। ਉਹਦੇ ਨਾਲ ਹੀ ਦੂਜੀ ਪ੍ਰੋਬਲਮ ਇਹ ਆ ਗਈ ਕਿ ਰੇਟ ਬਹੁਤ ਬੁਰੀ ਤਰ੍ਹਾਂ ਡਿੱਗੇ। ਪਰ ਉਹ
ਰੇਟ ਡਿੱਗਣ ਦੇ ਬਾਵਜੂਦ ਵੀ ਲੋਕਾਂ ਨੇ ਉਹਦੇ ਵਿੱਚ ਕੰਮ ਕੀਤਾ। ਬੇਸ਼ੱਕ ਉਹ 'ਚ ਘਾਟੇ ਵੀ ਬਹੁਤ ਵੱਡੇ ਖਾਦੇ, ਪਰ ਫਿਰ ਵੀ ਲੋਕਾਂ ਨੇ ਟਰੱਕਿੰਗ ਇੰਡਸਟਰੀ ਵਿੱਚ ਆਪਣੀ ਜਿਹੜੀ ਜ਼ਿੰਮੇਵਾਰੀ ਆ ਪੂਰੀ ਨਿਭਾਈ ਹੈ। ਪਰ ਖੁਸ਼ਕਿਸਮਤੀ ਇਸ ਗੱਲ ਦੀ ਹੈ ਕਿ ਹੁਣ ਪਿਛਲੇ ਕੋਈ 4 ਕੁ ਮਹੀਨੇ ਤੋਂ, ਮੈਂ ਸਮਝਦਾ ਕਿ ਜੂਨ ਤੋਂ ਬਾਅਦ, ਜੂਨ, ਜੁਲਾਈ, ਅਗਸਤ ਔਰ ਸਤੰਬਰ, ਬਹੁਤ ਹੀ ਵਧੀਆ ਜਿਹੜਾ ਰਿਸਪੌਂਸ ਟਰੱਕਿੰਗ ਇੰਡਸਟਰੀ ਵਿੱਚ ਆਇਆ। ਬਹੁਤ ਹੀ ਕਮਾਲ ਦੇ ਰੇਟ, ਕਮਾਲ ਦੇ ਲੋਡ ਇਸ ਵਕਤ ਚੱਲ ਰਹੇ ਆ। ਔਰ ਜਿਹੜੇ ਪਿਛਲੇ 4 ਮਹੀਨੇ ਆ, ਪਹਿਲੇ ਮਾਰਚ, ਅਪ੍ਰੈਲ ਔਰ ਮਈ ਜਿਹੜਾ ਆਇਆ, ਜਿੰਨਾ ਕੁ ਉਹਨਾਂ ਨੇ ਨੁਕਸਾਨ ਟਰੱਕਿੰਗ ਇੰਡਸਟਰੀ ਦਾ ਕੀਤਾ ਸੀ, ਮੈਂ ਸਮਝਦਾ ਕਿ ਉਸ ਤੋਂ ਅੱਗੇ ਜੂਨ, ਜੁਲਾਈ, ਅਗਸਤ, ਸਤੰਬਰ ਨੇ ਉਹ ਸਾਰੇ ਘਾਟੇ ਨੂੰ ਪੂਰਾ ਕੀਤਾ। ਔਰ ਇਸ ਵਕਤ ਜਿਹੜੀ ਟਰੱਕਿੰਗ ਇੰਡਸਟਰੀ ਆ, ਬੇਸ਼ੱਕ ਕੋਵਿਡ ਹਾਲੇ ਵੀ ਆਪਣੇ ਪੂਰੇ ਪੈਰ ਪਸਾਰ ਰਿਹਾ ਹੈ, ਅੱਗੇ ਵਿੱਚ ਘੱਟ ਹੋਣ ਦੇ ਬਾਵਜੂਦ ਵੀ ਹਾਲੇ ਚੱਲ ਰਿਹਾ ਹੈ, ਪਰ ਉਹਦੇ ਬਾਵਜੂਦ ਜਿਹੜੀ ਟਰੱਕਿੰਗ ਇੰਡਸਟਰੀ ਹੈ ਉਹ ਇਸ ਵੇਲੇ ਬਹੁਤ ਹੀ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਜਿਹੜੀ ਹੈ ਉਹ ਨਿਕਲ ਰਹੀ ਹੈ। ਡਰਾਈਵਰ ਔਰ ਟਰੱਕਿੰਗ ਜਿਹੜੇ ਮਾਲਕ ਆ ਟਰੱਕਿੰਗ ਕੰਪਨੀਆਂ ਦੇ, ਉਹ ਬਹੁਤ ਹੀ ਚੜ੍ਹਦੀ ਕਲਾ ਵਿੱਚ ਕੰਮ ਕਰ ਰਹੇ ਆ। ਔਰ ਇਸ ਵਕਤ ਜਿਹੜਾ ਕੋਵਿਡ ਦਾ ਅਸਰ ਫਾਈਨੈਂਸ਼ੀਅਲੀ ਤੌਰ ਤੇ ਟਰੱਕਿੰਗ ਇੰਡਸਟਰੀ ਉੱਤੇ ਕੋਈ ਵੀ ਦਿਖਾਈ ਨਹੀਂ ਦੇ ਰਿਹਾ। ਠੀਕ ਹੈ, ਪਰ ਟਾਂਡਾ ਸਾਹਿਬ, ਜਿਵੇਂ ਕਿ ਭਾਵੇਂ ਲੋਡਿੰਗ ਅਨਲੋਡਿੰਗ ਤੋਂ ਡਰਾਈਵਰ ਵੀ ਜਿਹੜੇ ਦੂਰ ਹੀ ਰਹਿੰਦੇ ਨੇ, ਪਰ ਸਫ਼ਰ ਕਰਦਿਆਂ ਸਮੇਂ ਵੀ ਅਣਜਾਣ ਲੋਕ ਜਿਹੜੇ ਡਰਾਈਵਰ ਹੁੰਦੇ ਨੇ ਉਹ ਵੀ ਦੂਰੀ ਬਣਾ ਕੇ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਅੱਜ ਕੱਲ੍ਹ ਜਿਹੜੀਆਂ ਰੈਸਟ੍ਰਿਕਸ਼ਨਸ ਚੱਲ ਰਹੀਆਂ ਉਹਨਾਂ ਦੀ ਪੂਰੀ ਪਾਲਣਾ ਕਰਨੀ ਹੈ। ਪਰ ਫਿਰ ਵੀ ਕੋਵਿਡ ਦੇ ਕਾਰਨ ਡਰਾਈਵਰ ਵੀਰਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ? ਦੇਖੋ, ਰੋਡ ਦੇ ਉੱਤੇ ਚੱਲਣਾ ਜਿਹੜਾ ਡਰਾਈਵਰ ਵਾਸਤੇ ਬੜਾ ਮੁਸ਼ਕਲ ਸੀ। ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਜਦੋਂ ਇਹ ਲਾਕਡਾਊਨ ਹੋਇਆ ਤੇ ਸਰਕਾਰ ਵੱਲੋਂ ਸਾਰੇ ਰੈਸਟ ਏਰੀਆਜ਼ ਜਿਹੜੇ ਆ ਉਹ ਟਰੱਕਿੰਗ ਇੰਡਸਟਰੀ ਵਿੱਚ, ਸਾਰੇ ਜਿਹੜੇ ਹਾਈਵੇਜ਼ ਦੇ ਉੱਤੇ ਜਾਂ ਫਰੀਵੇਜ਼ ਦੇ ਉੱਤੇ ਜਿਹੜੇ ਰੈਸਟ ਏਰੀਏ ਹੁੰਦੇ ਨੇ, ਜਿੱਥੇ ਟਰੱਕ ਡਰਾਈਵਰ ਨੇ ਜਦੋਂ ਰੋਡ ਤੇ ਜਾਂਦਾ ਤੇ ਕੋਈ 2-4 ਮਿੰਟ ਵਾਸਤੇ, 5 ਮਿੰਟ ਵਾਸਤੇ, ਕਿਉਂਕਿ ਜਦੋਂ ਅਸੀਂ ਟਰੱਕ ਸਟਾਪ ਤੇ ਲੈ ਕੇ ਜਾਂਦੇ ਆ ਤੇ ਸਾਡਾ ਆਰਾਮ ਨਾਲ ਅੱਧਾ ਘੰਟਾ ਸਾਡਾ ਖਰਾਬ ਹੋ ਜਾਂਦਾ, ਕਿਉਂਕਿ ਟਰੱਕ ਵਿੱਚ ਪਾਰਕਿੰਗ ਦੂਰ ਹੁੰਦੀ ਹੈ, ਬਾਥਰੂਮ ਹੋਰ ਪਾਸੇ ਹੁੰਦੇ ਆ। ਬੰਦਾ ਜਦੋਂ ਟਰੱਕ ਸਟਾਪ ਤੇ ਰੁਕਦਾ, ਉਹਦਾ ਇੱਕ ਆਪਣਾ ਕਲਚਰ ਹੁੰਦਾ ਹੈ, ਉੱਥੇ ਲਾਈਨਾਂ ਲੱਗੀਆਂ ਹੁੰਦੀਆਂ, ਸੋ ਇਸ ਕਰਕੇ ਟਾਈਮ ਬਹੁਤ ਜ਼ਿਆਦਾ ਖਰਾਬ ਹੁੰਦਾ। ਜਿਹੜਾ ਟਰੱਕ ਸਟਾਪ ਹੈਗਾ ਆ ਜਿੱਥੇ ਅਸੀਂ ਡੀਜ਼ਲ ਲੈਂਦੇ ਆ, ਉੱਥੇ ਡਰਾਈਵਰ ਦਾ ਇੱਕ ਬਾਥਰੂਮ ਕਰਨ ਜਾਣਾ ਜਾਂ ਰੈਸਟਰੂਮ ਯੂਜ਼ ਕਰਨ ਵਾਸਤੇ ਵੀ ਕੋਈ ਕਰੀਬ 20-25-30 ਮਿੰਟ ਦਾ ਸਮਾਂ ਜਿਹੜਾ ਉਹ ਖਰਾਬ ਹੋ ਜਾਂਦਾ। ਸੋ ਇਸ ਕਰਕੇ ਜਿਹੜੇ ਰੈਸਟ ਏਰੀਆ ਜਿਹੜੇ ਆ ਉਹ ਇਸ ਕਰਕੇ ਡਿਜ਼ਾਈਨ ਕੀਤੇ ਗਏ ਆ ਕਿ ਤੁਸੀਂ ਫ੍ਰੀਵੇ ਦੇ ਉੱਤੋਂ ਹੀ ਐਗਜ਼ਿਟ ਕੱਢਣੀ ਹੈ ਔਰ ਬਾਥਰੂਮ ਯੂਜ਼ ਕਰਕੇ ਤੁਸੀਂ ਹਾਰਡਲੀ 5-4 ਮਿੰਟ ਦੇ ਵਿੱਚ, 6 ਮਿੰਟ ਦੇ ਵਿੱਚ ਵਾਪਸ ਰੋਡ ਤੇ ਪੈ ਸਕਦੇ ਹੋ। ਸੋ ਰੈਸਟ ਰੂਮ ਜਿਹੜੇ ਆ ਉਹ ਡਰਾਈਵਰਸ ਦੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਵੱਡਾ ਰੋਲ ਨਿਭਾਉਂਦੇ ਆ। ਔਰ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਹੜੇ ਰੈਸਟ ਏਰੀਆਜ਼ ਹੈਗੇ ਆ, ਰੈਸਟ ਏਰੀਆ ਜਿਹੜੇ ਬੜਾ ਵੱਡਾ ਪਾਰਟ ਨਿਭਾਉਂਦੇ ਆ। ਸੋ ਰੈਸਟ ਜਿਹੜੇ ਏਰੀਆਜ਼ ਹੈਗੇ ਆ ਉਹ ਸਰਕਾਰ ਵੱਲੋਂ ਤੁਰੰਤ ਸਾਰੇ ਸਟੇਟਾਂ ਵਿੱਚ ਬੰਦ ਕਰ ਦਿੱਤੇ ਗਏ ਸੀ। ਸੋ ਪਹਿਲਾ ਤਾਂ ਸਭ ਤੋਂ ਵੱਡਾ ਇਹ ਪ੍ਰੋਬਲਮ ਆਈ ਕਿ ਡਰਾਈਵਰਸ ਨੂੰ ਰੈਸਟ ਏਰੀਆਜ਼ ਬੰਦ ਹੋਣ ਕਰਕੇ ਰੈਸਟ ਰੂਮ ਵਗੈਰਾ ਯੂਜ਼ ਕਰਨ ਦੀ ਬੜੀ ਵੱਡੀ ਪ੍ਰੋਬਲਮ ਸੀ। ਦੂਜੀ ਵੱਡੀ ਪ੍ਰੋਬਲਮ ਸੀ ਕਿ ਜਿਹੜੇ ਵੇਅਰ ਹਾਊਸ ਹੈ, ਜਦੋਂ ਡਰਾਈਵਰ ਆਪਣੇ ਡੈਸਟੀਨੇਸ਼ਨ ਤੇ ਪਹੁੰਚਦਾ ਜਾਂ ਆਪਣੀ ਮੰਜ਼ਿਲ ਤੇ ਪਹੁੰਚਦਾ ਤਾਂ ਉੱਥੇ ਜਾ ਕੇ ਅਕਸਰ ਉਹਨਾਂ ਨੂੰ, ਕਿਉਂਕਿ ਲੰਬੇ ਸਫ਼ਰ ਤੋਂ ਆ ਵੀ ਜਾਂਦਾ ਤੇ ਉਹਨੂੰ ਰੈਸਟਰੂਮ ਵਗੈਰਾ ਯੂਜ਼ ਕਰਨ ਦੀ ਅਕਸਰ ਜ਼ਰੂਰਤ ਪੈਂਦੀ ਹੈ। ਅਨਫੋਰਚੂਨੇਟਲੀ ਇਹ ਗੱਲ ਹੋਈ ਕਿ ਜਦੋਂ ਡਰਾਈਵਰ ਆਪਣੇ ਡੈਸਟੀਨੇਸ਼ਨ ਤੇ ਜਾਂ ਮੰਜ਼ਿਲ ਤੇ ਪਹੁੰਚਦਾ ਸੀ ਤਾਂ ਉਸ ਵੇਅਰ ਹਾਊਸ ਵੱਲੋਂ ਉਹਦੇ ਅੰਦਰ ਜਾਣ ਵਾਸਤੇ ਦਰਵਾਜ਼ੇ ਬੰਦ ਕਰ ਲਏ ਜਾਂਦੇ ਸੀ। ਇਸ ਚੀਜ਼ ਨੇ ਡਰਾਈਵਰ ਨੂੰ ਜਿੱਥੇ ਫਿਜ਼ੀਕਲੀ ਪ੍ਰੋਬਲਮ ਹੁੰਦੀ ਹੈ, ਉੱਥੇ ਮੈਂਟਲੀ ਵੀ ਡਰਾਈਵਰਸ ਨੂੰ ਬੜਾ ਧੱਕਾ ਵੱਜਾ ਕਿ ਸਾਡੇ ਨਾਲ, ਅਸੀਂ ਇੱਕ ਤਾਂ ਏਡੇ ਵੱਡੇ ਪੈਂਡੈਮਿਕ ਵਿੱਚ ਕੰਮ ਕਰ ਰਹੇ ਹਾਂ ਔਰ ਉਤੋਂ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵੀਅਰ ਹੋ ਰਿਹਾ। ਉਹਨਾਂ ਦੀ ਆਪਣੀ ਜਿਹੜੀ ਫਿਕਰ ਆ ਉਹ ਜਾਇਜ਼ ਸੀ, ਡਰਾਈਵਰ ਦਾ ਆਪਣਾ ਫਿਕਰ ਜਿਹੜਾ ਉਹ ਜਾਇਜ਼ ਸੀ। ਉਹਦੇ ਨਾਲ ਡਰਾਈਵਰ ਨੂੰ ਬਹੁਤ ਪਰੇਸ਼ਾਨੀ ਹੋਈ। ਸਭ ਤੋਂ ਵੱਡੀ ਪਰੇਸ਼ਾਨੀ ਜਿਹੜੀ ਸੀ ਕਿ ਡਰਾਈਵਰ ਨੂੰ ਰੋਡ ਦੇ ਉੱਤੇ ਇੱਕ ਤਾਂ ਰੈਸਟੋਰੈਂਟ ਬੰਦ ਹੋਣ ਕਰਕੇ ਰੋਟੀ ਨਹੀਂ ਸੀ ਮਿਲ ਰਹੀ, ਉਹਨਾਂ ਨੂੰ ਖਾਣ ਪੀਣ ਦਾ ਸਮਾਨ ਨਹੀਂ ਸੀ ਮਿਲ ਰਿਹਾ, ਉਤੋਂ ਉਹਨੂੰ ਰੈਸਟਰੂਮ ਯੂਜ਼ ਕਰਨ ਵਾਸਤੇ ਰੈਸਟ ਏਰੀਆਜ਼ ਬੰਦ ਹੋ ਚੁੱਕੇ ਸੀ ਔਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਵੇਅਰ ਹਾਊਸ ਹੈਗੇ ਆ ਉਹਨਾਂ ਵੱਲੋਂ ਵੀ ਰੈਸਟਰੂਮ ਜਿਹੜੇ ਆ ਉਹ ਬੰਦ ਕਰਤੇ ਗਏ ਸੀ। ਸੋ ਪਹਿਲੇ 3-4 ਮਹੀਨੇ ਡਰਾਈਵਰਸ ਵਾਸਤੇ ਬਹੁਤ ਹੀ ਮੁਸ਼ਕਲ ਭਰੇ ਉਹ ਜਿਹੜੇ ਨਿਕਲੇ ਆ ਔਰ ਕੋਵਿਡ ਨੇ ਡਰਾਈਵਰ ਦੀ ਲਾਈਫ ਦੇ ਉੱਤੇ ਇੱਕ ਬੜਾ ਵੱਡਾ ਅਸਰ ਪਾਇਆ। ਪਰ ਫਿਰ ਵੀ ਇਹ ਸਾਰੇ, ਮੈਂ ਜਿਵੇਂ ਕਹ ਲਓ ਕਿ ਉਹਨਾਂ ਨੂੰ ਸਿਜਦਾ ਹੈ ਉਹ ਇਸ ਡਰਾਈਵਰ ਵੀਰਾਂ ਨੂੰ ਕਿ ਉਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਇਸ ਚੀਜ਼ ਨੂੰ, ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਵੀ ਇਸ ਚੀਜ਼ ਵਿੱਚੋਂ ਬਾਹਰ ਆਇਆ। ਔਰ ਹੁਣ ਜਿਹੜਾ ਹੈਗਾ ਹੌਲੀ ਹੌਲੀ ਟ੍ਰੈਂਡ ਹੈ
ਚੇਂਜ ਹੋ ਰਿਹਾ, ਰੈਸਟੋਰੈਂਟਸ ਦੁਆਰਾ ਪਰ ਤੁਹਾਨੂੰ ਇਹ ਕਹਿ ਰਿਕਮੈਂਡੇਸ਼ਨ ਸਕਦੇ ਹੋ ਕਿ ਗਿਆ। ਹੁਣ ਜਿਹੜੇ ਇਹ ਹਾਲਾਤ ਜਿਹੜੇ ਨੇ ਸੁਧਰਦੇ ਨਜ਼ਰ ਆ ਰਹੇ ਨੇ। ਕੀ ਕਹਿ ਰਹੇ ਜੀ? ਅਸੀਂ ਮੰਨ ਸਕਦੇ ਹਾਂ ਕਿ ਹੁਣ ਜਿਹੜੇ ਹਾਲਾਤ ਨੇ ਉਹ ਹੌਲੀ ਹੌਲੀ ਸੁਧਰਦੇ ਨਜ਼ਰ ਆ ਰਹੇ। ਬਿਲਕੁਲ ਬਿਲਕੁਲ, ਮੈਂ ਇਸੇ ਗੱਲ ਤੇ ਮੈਂ ਇਹੀ ਗੱਲ ਕਹਿ ਰਿਹਾ ਸੀ ਕਿ ਹੁਣ ਰੈਸਟੋਰੈਂਟ ਜਿਹੜੇ ਆ ਉਹ ਖੁੱਲ ਚੁੱਕੇ ਆ, ਉਹਨਾਂ ਨੂੰ 25% ਦੀ ਕੈਪੈਸਿਟੀ ਤੱਕ ਜਿਹੜੇ ਆ ਅੰਦਰ ਜਿਹੜਾ ਗਾਹਕ ਆ ਉਹਨਾਂ ਨੂੰ ਬਿਠਾਉਣ ਦੀ ਅਲਾਉ ਕਰ ਦਿੱਤਾ ਗਿਆ ਹੈ। ਔਰ ਰੈਸਟ ਏਰੀਆਜ਼ ਵੀ ਕਾਫੀ ਸਪੀਡਸ ਜਿਹੜੀਆਂ ਉਹਨਾਂ ਨੇ ਖੋਲ ਦਿੱਤੇ ਆ। ਹੁਣ ਵੇਅਰ ਹਾਊਸ ਵੀ ਵਾਲੇ ਵੀ ਜਿਹੜੇ ਆ ਉਹ ਅੱਗੇ ਨਾਲੋਂ ਕੁਝ ਕੋਆਪਰੇਸ਼ਨ ਜਿਹੜੀ ਹੈ ਉਹਨਾਂ ਦੀ ਦੁਆਰਾ ਸਟਾਰਟ ਹੋ ਚੁੱਕੀ ਆ। ਸੋ ਜਿਹੜੀਆਂ ਕਹਿ ਲਓ ਕਿ ਹਾਲਾਤ ਜਿਹੜੇ ਆ ਉਹ ਚੰਗੇ ਪਾਸੇ ਨੂੰ ਚੱਲ ਰਹੇ ਆ। ਹੁਣ ਪਿਛਲੇ ਮਹੀਨਿਆਂ ਦੇ ਮੁਕਾਬਲੇ ਇੰਨੇ ਸੁਧਰਨ ਜਿਹੜੇ ਇਸ ਵਕਤ ਜਿਹੜਾ ਹਾਲਾਤ ਆ ਉਹ ਅੱਗੇ ਨਾਲੋਂ ਚੰਗੇ ਆ। ਬਿਲਕੁਲ ਪੂਰੀ ਤਰ੍ਹਾਂ ਹਾਲੇ ਠੀਕ ਨਹੀਂ ਹੋਏ, ਪਰ ਮੈਨੂੰ ਲੱਗਦਾ ਕਿ ਆਉਣ ਵਾਲੇ 2-3 ਮਹੀਨੇ ਦੇ ਵਿੱਚ, ਹਾਲਾਂਕਿ ਕੇਸ ਹਾਲੇ ਵੀ 30-35 ਹਜ਼ਾਰ ਜਿਹੜਾ ਅਮਰੀਕਾ ਦੇ ਵਿੱਚ ਅੱਜ ਵੀ ਪੋਜ਼ਿਟਿਵ ਆ ਰਿਹਾ ਰੋਜ਼, ਪਰ ਉਹਦੇ ਬਾਵਜੂਦ ਵੀ ਟਰੱਕਿੰਗ ਇੰਡਸਟਰੀ ਜਿਹੜੀ ਹੈ ਉਹਦੇ ਵਿੱਚ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹ ਕੰਪੈਰੇਟਿਵਲੀ ਪਿਛਲੇ ਮਹੀਨਿਆਂ ਨਾਲੋਂ ਜਿਹੜੀਆਂ ਉਹ ਘਟ ਰਹੀਆਂ ਔਰ ਚੰਗੇ ਦੌਰ ਵਾਲੇ ਪਾਸੇ ਨੂੰ ਅਸੀਂ ਜਾ ਰਹੇ ਹਾਂ। ਤੇ ਠੀਕ ਹੈ, ਤੁਸੀਂ ਦੱਸੀ ਹੈਗੀ ਹੈ। ਪਰ ਟਾਂਡਾ ਸਾਹਿਬ, ਇੱਕ ਅਹਿਮ ਸਵਾਲ ਵੱਲ ਮੈਂ ਹੁਣ ਤੁਹਾਨੂੰ ਲੈ ਕੇ ਚੱਲਦਾ, ਕਿਉਂਕਿ ਇੱਕ ਗੱਲ ਆਮ ਸੁਣਨ ਵਿੱਚ ਆ ਰਹੀ ਹੈ ਕਿ ਅਮਰੀਕਾ ਅੰਦਰ ਟਰੱਕਾਂ ਦੀ ਜਿਹੜੀ ਖਰੀਦੋ ਫਰੋਖਤ ਹੈ ਉਹ ਬਹੁਤ ਜ਼ਿਆਦਾ ਵੇਖੀ ਜਾ ਰਹੀ ਹੈ। ਤੁਸੀਂ ਕੀ ਸਮਝਦੇ ਹੋ ਕਿ ਧੜਾਧੜ ਜੋ ਇਹ ਟਰੱਕ ਖਰੀਦੇ ਜਾ ਰਹੇ ਨੇ, ਇਸ ਨੂੰ ਟਰੱਕਿੰਗ ਇੰਡਸਟਰੀ ਨੂੰ ਆਉਣ ਵਾਲੇ ਲੰਬੇ ਸਮੇਂ ਵਿੱਚ ਕੋਈ ਨੁਕਸਾਨ ਹੋ ਸਕਦਾ ਜਾਂ ਨਹੀਂ? ਦੇਖੋ ਇਸ ਤਰ੍ਹਾਂ ਹੈਗਾ ਕਿ ਕਿਉਂਕਿ ਇੱਕ ਤਾਂ ਪਿਛਲੇ 3-4 ਮਹੀਨੇ ਤੋਂ ਰੇਟ ਜਿਹੜੇ ਆ ਉਹ ਕਾਫੀ ਵਧੀਆ ਚੱਲ ਰਿਹਾ। ਦੂਸਰਾ, ਪੈਂਡੈਮਿਕ ਦੇ ਅੰਦਰ ਫੈਡਰਲ ਗਵਰਨਮੈਂਟ ਵੱਲੋਂ ਬਹੁਤ ਹੀ ਵਧੀਆ ਸਹੂਲਤਾਂ ਜਿਹੜੀਆਂ ਉਹ ਬਿਜ਼ਨਸ ਨੂੰ ਦਿੱਤੀਆਂ ਗਈਆਂ, ਜਿਹਦੇ ਵਿੱਚ ਬਹੁਤ ਵਧੀਆ ਜਿਹੜੇ ਸਟਿਮੂਲਸ ਪੈਕੇਜ ਹੈਗੇ ਆ, ਲੋਨ ਜਿਹੜੇ ਹੈਗੇ ਉਹ ਬਹੁਤ ਸਸਤੇ ਰੇਟਾਂ ਤੇ ਦਿੱਤੇ ਗਏ ਆ। ਕਾਫੀ ਜ਼ਿਆਦਾ ਜਿਹੜੀ ਏਡ ਜਿਹੜੀ ਹੈਗੀ ਆ ਉਹ ਇੰਡਸਟਰੀ ਨੂੰ ਦਿੱਤੀ ਹੈ। ਪੀਪੀਪੀ ਪ੍ਰੋਗਰਾਮ ਦੇ ਅੰਦਰ ਜਿਹੜਾ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਸੀਗਾ ਉਹਦੇ ਅੰਦਰ ਜਿਹੜਾ 2-3 ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਇੰਪਲੋਇਰਸ ਨੂੰ ਜਿਹੜੀਆਂ ਉਹ ਸਟੇਟ ਵੱਲੋਂ ਫ੍ਰੀ ਆਫ ਕੋਸਟ ਦੀਆਂ ਗਈਆਂ, ਔਰ ਲੋਨ ਜਿਹੜਾ ਉਹ ਕਈ ਗੁਣਾ ਜ਼ਿਆਦਾ ਔਰ ਬਹੁਤ ਹੀ ਘੱਟ ਰੇਟ ਤੇ ਬੜੀਆਂ ਹੀ ਸਸਤੀਆਂ ਜਾਂ ਬਹੁਤ ਸੌਖੀਆਂ ਸ਼ਰਤਾਂ ਉੱਤੇ ਜਿਹੜੇ ਲੋਨ ਦਿੱਤੇ ਗਏ ਆ। ਉਹਦੇ ਕਾਰਨ ਪੈਸਾ ਜਿਹੜਾ ਹੈ ਇੰਡਸਟਰੀ ਵਿੱਚ ਇੱਕਦਮ ਆਇਆ ਫੈਡਰਲ ਵੱਲੋਂ, ਜਿਸ ਕਰਕੇ ਟਰੱਕਾਂ ਦੀ ਖਰੀਦੋ ਫਰੋਖਤ ਆ ਉਹ ਨਾਰਮਲ ਨਾਲੋਂ ਇਸ ਵਕਤ ਜ਼ਿਆਦਾ ਹੋ ਰਹੀ ਹੈ। ਟਰੱਕਾਂ ਦੇ ਰੇਟ ਜਿਹੜੇ ਆ ਉਹ ਦੁਬਾਰਾ ਵੱਧ ਚੁੱਕੇ ਆ। ਯੂਜ਼ ਟਰੱਕ ਜਿਹੜਾ ਉਹ ਕਾਫੀ ਮਹਿੰਗਾ ਹੋ ਚੁੱਕਾ। ਨਵਾਂ ਟਰੱਕ ਵੀ ਕਾਫੀ, ਜਿਹੜਾ ਕਿ ਮਾਰਚ ਵਿੱਚ ਮਾਰਚ ਨਾਲੋਂ ਅੱਜ ਦੀ ਡੇਟ ਵਿੱਚ ਟਰੱਕ ਦਾ ਰੇਟ ਹੈਗਾ ਉਹ 15 ਤੋਂ ਲੈ ਕੇ 18,000 ਦੁਆਰਾ ਉੱਪਰ ਜਾ ਚੁੱਕਿਆ। ਇਹ ਮੋਟੇ ਰੂਪ ਵਿੱਚ ਦੇਖੀਏ ਤਾਂ ਇਹ ਸਾਨੂੰ ਇੱਕ ਫਿਕਰ ਵਾਲੀ ਗੱਲ ਲੱਗਦੀ ਹੈ, ਔਰ ਇਹਦਾ ਇੰਜ ਲੱਗਦਾ ਹੈ ਕਿ ਇਹਦਾ ਆਉਣ ਵਾਲੇ ਸਮੇਂ ਵਿੱਚ ਇਹਦਾ ਮਾੜਾ ਅਸਰ ਹੋ ਸਕਦਾ, ਕਿਉਂਕਿ ਜਿਵੇਂ ਇਕਨੋਮਿਕਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਡਿਮਾਂਡ ਐਂਡ ਸਪਲਾਈ ਦੀ ਗੱਲ ਹੈ। ਜਦੋਂ ਸਾਡੇ ਕੋਲ ਸਪਲਾਈ ਵਧ ਜਾਣੀ ਹੈ, ਜਦੋਂ ਡਿਮਾਂਡ ਘਟਣੀ ਹੈ ਤੇ ਜਦੋਂ ਸਪਲਾਈ ਸਾਡੀ ਵਧਣੀ ਹੈ ਤੇ ਡਿਮਾਂਡ ਘਟਣੀ ਹੈ, ਔਰ ਰੇਟ ਨੇ ਉਸੇ ਤਰ੍ਹਾਂ ਉਹਨੂੰ ਫਰਕ ਪੈਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਈਮਲਟੇਨੀਅਸਲੀ ਇੰਜ ਮੋਟੇ ਰੂਪ ਵਿੱਚ ਅਗਰ ਦੇਖੀਏ ਤਾਂ ਇੰਜ ਲੱਗ ਰਿਹਾ ਕਿ ਇਹ ਇੰਨੇ ਜ਼ਿਆਦਾ ਜਿਹੜੇ ਟਰੱਕ ਬਾਏ ਕਰਨੇ ਆ ਉਹਨਾਂ ਦਾ ਇੰਡਸਟਰੀ ਦੇ ਉੱਤੇ ਮਾੜਾ ਅਸਰ ਪੈ ਸਕਦਾ। ਪਰ ਦੂਜੇ ਪਾਸੇ ਕੁਝ ਗੱਲਾਂ ਜਿਹੜੀਆਂ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਜਾਂ ਇੰਡਸਟਰੀ ਨੂੰ ਸਮਝਦੇ ਹਾਂ, ਤੇ ਇੱਕ ਮੈਂ ਜ਼ਰੂਰ ਸਮਝਦਾ ਕਿ ਇਹ ਅਕਸਰ ਮੈਨੂੰ ਵੀ ਸਵਾਲ ਕੀਤਾ ਜਾਂਦਾ ਇਸ ਇੰਡਸਟਰੀ ਨਾਲ ਰਿਲੇਟਡ ਹੋਣ ਕਰਕੇ, ਜਿੰਨਾ ਟਰੱਕ ਹੁਣ ਇਸ ਵਕਤ ਬਾਏ ਕੀਤਾ ਜਾ ਰਿਹਾ ਕੀ ਇਹਦੇ ਨਾਲ ਰੇਟ ਘਟਣਗੇ? ਤਾਂ ਮੇਰਾ ਸਵਾਲ ਹੁੰਦਾ ਕਿ ਸ਼ਾਇਦ ਨਾ ਘਟਣ। ਉਹਦਾ ਕਾਰਨ ਇੱਕ ਹੈ ਕਿ ਅੱਜ ਤੋਂ ਪਹਿਲਾਂ ਜਾਂ ਅੱਜ ਤੋਂ ਅਗਰ 10 ਸਾਲ ਪੁਰਾਣੀ ਜਾਂ 15 ਸਾਲ ਪੁਰਾਣੀ ਗੱਲ ਕਰੀਏ ਤੇ ਟਰੱਕ ਜਿਹੜਾ ਹੈ ਉਹਦੀ ਲਾਈਫ ਸਪੈਨ ਬਹੁਤ ਵੱਡਾ ਸੀ। ਕਰੀਬ ਨਾਰਮਲ ਟਰੱਕ ਜਿਹੜਾ ਉਹ 1.5 ਮਿਲੀਅਨ ਦੇ ਕਰੀਬ ਚੱਲਦਾ ਸੀ। ਪਰ ਹੁਣ ਨਵੀਂ ਟੈਕਨੋਲੋਜੀ ਆਉਣ ਕਰਕੇ ਡੈਫ ਜਿਹੜਾ ਹੈਗਾ ਆ, ਜਿਹੜਾ ਸਾਡੇ ਇੱਥੇ ਕਹਿ ਲਓ ਕਿ ਕੈਲੀਫੋਰਨੀਆ ਦੇ ਜਿਹੜਾ ਲਾਅ ਜਦੋਂ ਚੇਂਜ ਹੋਇਆ এনवायरमेंट ਕਰਕੇ, ਤੇ ਉਹਦੇ ਵਿੱਚ ਡੈਫ DPF ਵਗੈਰਾ ਜਦੋਂ ਇੰਟਰੋਡਿਊਸ ਹੋਏ ਆ, ਤੇ ਉਸ ਤੋਂ ਬਾਅਦ ਟਰੱਕ ਦੀ ਇੱਕ ਉਮਰ ਹੈ, ਓਵਰਆਲ ਉਮਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਘਟੀ ਹੈ। ਹਾਲਾਂਕਿ ਇਹਦੇ ਨਾਲ ਇੰਡਸਟਰੀ ਨੂੰ ਨੁਕਸਾਨ ਜ਼ਰੂਰ ਹੋਇਆ, ਪਰ ਜਿਹੜੀ ਗੱਲ ਪ੍ਰੈਕਟੀਕਲੀ ਸੱਚਾਈ ਹੈ ਉਹ ਇਹ ਹੈ ਕਿ ਜਿਹੜਾ ਟਰੱਕ ਨਾਰਮਲ 1.5 ਮਿਲੀਅਨ ਦੇ ਕਰੀਬ ਮਾਈਲਸ ਲੈਂਦਾ ਸੀ, ਉਹ ਅੱਜ 8-9 ਲੱਖ ਜਾਂ ਮਿਲੀਅਨ ਮਾਈਲ ਤੇ ਜਾ ਕੇ ਟਰੱਕ ਖਤਮ ਹੋ ਜਾਂਦਾ, ਔਰ ਤੁਹਾਨੂੰ ਟਰੱਕ ਜਿਹੜਾ ਆ ਉਹ ਸਕ੍ਰੈਪ ਕਰਨਾ ਪੈਂਦਾ। ਉਹਦੇ ਕਾਰਨ ਕੀ ਹੋਇਆ ਕਿ ਜਿੱਥੇ ਅੱਗੇ 100 ਟਰੱਕ ਦੀ ਡਿਮਾਂਡ ਸੀ,
ਜਦੋਂ ਟਰੱਕ ਜੀ 1.5 ਮਿਲੀਅਨ ਚੱਲਦਾ ਤੇ ਉਹ ਇੱਕ ਟਰੱਕ ਜਿਹੜੇ 100 ਟਰੱਕ ਨੇ ਕੰਮ ਕਰਨਾ, ਹੁਣ ਆਬਵੀਅਸਲੀ ਹੈ ਕਿ ਸਾਨੂੰ 150 ਜਾਂ 160 ਟਰੱਕ ਜਿਹੜੇ ਆ ਉਹ ਮਾਰਕੀਟ ਵਿੱਚ ਵੱਧ ਚਾਹੀਦੇ ਆ ਕੰਪੈਰੀਟਿਵਲੀ ਪਿਛਲੇ ਸਾਲਾਂ ਨਾਲੋਂ, ਕਿਉਂਕਿ ਡੈਫ ਆਉਣ ਕਰਕੇ ਜਿਹੜੀ ਓਵਰਆਲ ਟਰੱਕ ਦਾ ਲਾਈਫ ਸਪੈਨ ਆ, ਜੇ ਅੱਗੇ ਟਰੱਕ 10 ਸਾਲ ਰੋਡ ਤੇ ਰਹਿੰਦਾ ਸੀ ਤੇ ਟਰੱਕ ਹੁਣ 7 ਸਾਲ ਜਿਹੜਾ ਉਹ ਰੋਡ ਤੇ ਰਹਿ ਰਿਹਾ। ਇੱਕ ਤਾਂ ਵੱਡਾ ਕਾਰਨ ਇਹ ਹੈ ਕਿ ਡਰਾਈਵ ਜਿਹੜਾ ਹੈਗਾ ਜਿਹੜਾ ਟਰੱਕ ਦੀ ਜਿਹੜੀ ਲਾਈਫ ਸਪੈਨ ਆ ਉਹ ਛੋਟਾ ਹੋਣ ਕਰਕੇ ਤੁਹਾਡੀ ਜਿਹੜੀ ਡਿਮਾਂਡ ਆ ਟਰੱਕਾਂ ਦੀ ਉਹ ਕੰਪੈਰੀਟਿਵਲੀ ਵੱਧ ਚੁੱਕੀ ਹੈ। ਦੂਜਾ ਕਾਰਨ ਇਹ ਹੈ ਕਿ ELD ਦੇ ਲੱਗਣ ਕਰਕੇ, ਬੇਸ਼ੱਕ ਪੰਜਾਬੀ ਭਾਈਚਾਰੇ ਵਿੱਚ ਅਸੀਂ ਥੋੜਾ ਬਹੁਤਾ ELD ਨਾਲ ਹਾਲੇ ਵੀ ਛੇੜਛਾੜ ਕਰਦੇ ਆ, ਪਰ ਜੇ ਓਵਰਆਲ ਅਮਰੀਕਾ ਦੇਖਿਆ ਜਾਵੇ ਤੇ ਅੱਗੇ ਜਿਹੜਾ ਟਰੱਕ ਆ ਉਹ ਨਾਰਮਲ ਲੌਗ ਬੁੱਕ, ਜਦੋਂ ਪੇਪਰ ਲੌਗ ਬੁੱਕ ਹੁੰਦੀ ਸੀ ਤੇ ਅਕਸਰ ਜਿਹੜਾ ਚੀਟਿੰਗ ਹੁੰਦੀ ਸੀ ਲੌਗ ਬੁੱਕ ਦੇ ਨਾਲ। ਹੁਣ ELD ਆਨ ਕਰਕੇ ਲਾਸਟ ਈਅਰ 2019 ਤੋਂ ਚੀਟਿੰਗ ਜਿਹੜੀ ਆ ਕੰਪੈਰੀਟਿਵਲੀ ਬਹੁਤ ਘਟ ਚੁੱਕੀ ਹੈ। ਚੀਟਿੰਗ ਘਟਣ ਕਰਕੇ ਜਿਹੜਾ ਟਰੱਕ ਆ ਉਹ ਇੱਕ ਜਿਹੜਾ ਸਿੰਗਲ ਡਰਾਈਵਰ ਹੈਗਾ ਉਹ 10-12,000 13,000 ਮੀਲ ਤੋਂ ਉੱਪਰ ਜਿਹੜਾ ਟਰੱਕ ਤੇ ਨਹੀਂ ਪਾ ਸਕਦਾ, ਜਿਹੜਾ ਕਿ ਅੱਗੇ ਨਾਰਮਲ 17-18,000 ਮਾਈਲਸ ਮਹੀਨੇ ਦੇ ਵਿੱਚ ਪਾ ਲੈਂਦਾ ਸੀ। ਸੋ ਜਦੋਂ ਇੱਕ ਟਰੱਕ ਜਿਹੜਾ ਆ ਉਹ ਅੱਗੇ 4 ਗੇੜੇ ਅਗਰ ਓਹਾਇਓ ਦੇ ਲਾਉਂਦਾ ਸੀ ਕੈਲੀਫੋਰਨੀਆ ਨੂੰ, ਤੇ ਅੱਜ ਦੀ ਡੇਟ ਉਹ 3 ਗੇੜੇ ਜਿਹੜੇ ਓਹਾਇਓ ਦੇ ਲਾ ਰਿਹਾ। ਸੋ ਆਬਵੀਅਸਲੀ ਹੈ ਕਿ ਉਹਦੇ ਨਾਲ ਟਰੱਕਸ ਦੀ ਜਿਹੜੀ ਨੰਬਰ ਆਫ ਟਰੱਕਸ ਦੀ ਜਿਹੜੀ ਡਿਮਾਂਡ ਆ ਉਹ ਵਧਣ ਕਰਕੇ ਟਰੱਕ ਜਿਹੜਾ ਮਾਰਕੀਟ ਦੇ ਵਿੱਚ ਜ਼ਿਆਦਾ ਵਿਕ ਰਿਹਾ। ਸੋ ਬਾਕੀ ਤੀਜੀ ਗੱਲ ਹੈ ਵੀ ਸਟਿਮੂਲਸ ਪੈਕੇਜ ਆਉਣ ਕਰਕੇ ਲੋਕਾਂ ਦੇ ਕੋਲ ਪੈਸਾ ਥੋੜਾ ਜਿਹਾ ਖੁੱਲਾ ਆ ਗਿਆ ਸੀ, ਇਸ ਕਰਕੇ ਵੀ ਲੋਕਾਂ ਨੇ ਉਹਨੂੰ ਦੁਬਾਰਾ ਰੀਇਨਵੈਸਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ 3-4 ਕਾਰਨ ਹਨ ਜਿਨ੍ਹਾਂ ਕਰਕੇ ਟਰੱਕ ਵੱਧ ਰਿਹਾ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਦਾ ਕੋਈ ਬਹੁਤ ਮਾਈਨਰ ਅਸਰ ਇੰਡਸਟਰੀ ਉੱਤੇ ਦਿਖ ਸਕਦਾ, ਪਰ ਬਹੁਤ ਵੱਡਾ ਅਸਰ ਸ਼ਾਇਦ ਇਹਦਾ ਨਾ ਦਿਖੇ। ਠੀਕ ਹੈ, ਸੋ ਇਹ ਤਾਂ ਰਹੇ ਆਮ ਸਵਾਲ, ਪਰ ਹੁਣ ਅਸੀਂ ਆਪਣੇ ਅਗਲੇ ਸੈਗਮੈਂਟ ਵੱਲ ਵਧਦੇ ਹਾਂ, ਜੋ ਕਿ ਹੈ ਸਵਾਲਾਂ ਜਵਾਬਾਂ ਦਾ ਸਿਲਸਿਲਾ, ਜੋ ਕਿ ਸਾਡੇ ਦਰਸ਼ਕ ਭੇਜਦੇ ਨੇ। ਆਓ ਵੇਖਦੇ ਹਾਂ ਕੀ ਨੇ ਸਵਾਲ। तो टांडा साहब, ਅੱਜ ਜਿਹੜਾ ਹੁਣ ਸਵਾਲਾਂ ਜਵਾਬਾਂ ਦਾ ਜਿਹੜਾ ਸਿਲਸਿਲਾ, ਹੁਣ ਦਰਸ਼ਕਾਂ ਜਿਹੜੇ ਸਵਾਲ ਨੇ ਉਹ ਮੈਂ ਤੁਹਾਡੇ ਤੋਂ ਪੁੱਛਾਂਗਾ ਇੱਕ ਇੱਕ ਕਰਕੇ। ਔਰ ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਹੈ ਉਹ ਫਰੀਮੌਂਟ ਤੋਂ ਸੰਦੀਪ ਸਿੰਘ ਪੁੱਛ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਇੱਕ ਟਰੱਕ ਦੇ ਉੱਤੇ IRP ਪਲੇਟਾਂ ਲੱਗੀਆਂ ਹੋਈਆਂ ਨੇ, ਹੁਣ ਮੈਂ ਉਸ ਦਾ ਟਾਈਟਲ ਅਤੇ ਆਪਣੇ ਨਾਂ ਤੇ ਕਰਵਾਉਣਾ ਚਾਹੁੰਦਾ, ਕੀ ਮੈਨੂੰ ਕੈਲੀਫੋਰਨੀਆ ਵਿੱਚ ਟੈਕਸ ਪੇ ਕਰਨਾ ਹੋਏਗਾ? ਜੀ ਨਹੀਂ, ਬਲਿੰਦਰ ਸਿੰਘ ਜੀ, ਕੈਲੀਫੋਰਨੀਆ ਸਟੇਟ ਵੱਲੋਂ ਕੁਝ ਟੈਕਸ ਐਗਜ਼ੈਂਪਸ਼ਨ ਜਿਹੜੀਆਂ ਉਹ ਬੜੀਆਂ ਵਧੀਆ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਅੰਦਰ ਜੇਕਰ ਤੁਹਾਡੇ ਟਰੱਕ ਦੇ ਉੱਤੇ IRP ਪਲੇਟ ਲੱਗੀ ਹੋਈ ਹੈ ਔਰ ਤੁਸੀਂ ਮੋਰ ਦੈਨ 50% ਕੈਲੀਫੋਰਨੀਆ ਤੋਂ ਬਾਹਰ ਚੱਲਦੇ ਹੋ, ਕੈਲੀਫੋਰਨੀਆ ਤੋਂ ਬਾਹਰ ਚੱਲਣ ਤੋਂ ਭਾਵ ਹੈ ਕਿ ਇੰਟਰਸਟੇਟ ਰਨ ਦੇ ਉੱਤੇ ਚੱਲਦੇ ਹੋ। ਬੇਸ਼ੱਕ ਤੁਸੀਂ ਐ ਨਹੀਂ ਕਿ ਤੁਸੀਂ 50% ਤੁਹਾਡੀ ਮਾਈਲੇਜ ਦਾ ਜਾਂ ਤੁਹਾਡਾ ਦਿਨਾਂ ਦਾ ਕੈਲੀਫੋਰਨੀਆ ਤੋਂ ਬਾਹਰ ਹੋਣਾ ਜ਼ਰੂਰੀ ਹੈ, ਬਲਕਿ ਟੋਟਲ ਆਪਰੇਸ਼ਨ ਦੇ ਵਿੱਚ ਜਿਹੜਾ ਟ੍ਰਿਪ ਤੁਸੀਂ ਇੰਟਰਸਟੇਟ ਟ੍ਰਿਪ, ਭਾਵ ਕਿ ਜਿਹੜੇ ਟ੍ਰਿਪ ਦੇ ਵਿੱਚ ਤੁਸੀਂ ਕੈਲੀਫੋਰਨੀਆ ਤੋਂ ਬਾਰਡਰ ਤੋਂ ਅੱਗੇ ਚਲੇ ਜਾਂਦੇ ਹੋ, ਉਹ ਤੁਹਾਡਾ ਇੰਟਰਸਟੇਟ ਟ੍ਰਿਪ ਦੇ ਵਿੱਚ ਆਉਂਦਾ ਹੈ। ਸੋ ਜਿਹੜੇ ਟੋਟਲ ਲੋਕ ਮੋਰ ਦੈਨ 50% ਜਿਹਨਾਂ ਦੇ ਟ੍ਰਿਪ ਜਿਹੜੇ ਆ ਉਹ ਇੰਟਰਸਟੇਟ ਹੁੰਦੇ ਆ, ਉਹਨਾਂ ਸੱਜਣਾਂ ਨੂੰ, ਉਹਨਾਂ ਕੰਪਨੀਆਂ ਨੂੰ ਆਪਣੇ ਟਰੱਕ ਦਾ ਟਾਈਟਲ ਟ੍ਰਾਂਸਫਰ ਨਾ ਆਪਣੇ ਕਰਾਉਣ ਵਾਸਤੇ, ਆਪਣੇ ਨਾਂ ਦੇ ਉੱਤੇ ਕਰਵਾਉਣ ਵਾਸਤੇ ਉਹਨਾਂ ਨੂੰ ਟੈਕਸ ਜਿਹੜਾ ਆ ਉਹ ਪੇ ਨਹੀਂ ਕਰਨਾ ਪੈਂਦਾ। ਸੋ ਇਹਨਾਂ ਦੇ ਕੋਲ ਜੇਕਰ IRP ਪਲੇਟ ਹੈ ਤਾਂ ਬਕਾਇਦਾ ਇੱਕ ਸਟੇਟਮੈਂਟ ਆਫ ਫੈਕਟ ਹੁੰਦਾ ਹੈ ਜਿਹੜਾ ਲੱਗੇਗਾ ਨਾਲ ਕਿ ਇਹਨੂੰ ਜਿਹੜਾ ਟੈਕਸ ਪੇ ਕਰਨ ਦੀ ਜ਼ਰੂਰਤ ਨਹੀਂ। ਉਹਦੇ ਵਿੱਚ ਇਹਨਾਂ ਨੂੰ ਆਪਣਾ IRP ਅਕਾਊਂਟ ਨੰਬਰ ਪਾਉਣਾ ਪਏਗਾ। ਜਿਹੜਾ ਵੀ ਇਹਨਾਂ ਦਾ ਏਜੰਟ ਕੰਮ ਕਰਦਾ ਜਾਂ DMV ਤੋਂ ਡਾਇਰੈਕਟਲੀ ਜਾ ਕੇ, ਜੇਕਰ ਇਹਨਾਂ ਦਾ ਟਾਈਟਲ ਕੈਲੀਫੋਰਨੀਆ ਦਾ ਹੈ ਤਾਂ ਇਹਨਾਂ ਨੂੰ ਵਿਨ ਵੈਰੀਫਿਕੇਸ਼ਨ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਜੇਕਰ ਇਹਨਾਂ ਦਾ ਜਿਹੜਾ ਟਾਈਟਲ ਹੈ ਉਹ ਆਊਟ ਆਫ ਸਟੇਟ ਦਾ ਹੈ, ਆਊਟ ਆਫ ਕੈਲੀਫੋਰਨੀਆ ਦਾ ਹੈ, ਤਾਂ ਫਿਰ ਇਹਨਾਂ ਨੂੰ ਨਾਲ ਵਿਨ ਵੈਰੀਫਿਕੇਸ਼ਨ ਨਾਲ ਕਰਵਾਉਣ ਦੀ ਜ਼ਰੂਰਤ ਹੈ, ਬਿਲ ਆਫ ਸੇਲ ਔਰ ਨਾਲ ਜਿਹੜਾ IRP ਅਕਾਊਂਟ ਨੰਬਰ ਹੈ ਉਹਦੇ ਨਾਲ ਉਹ ਅਟੈਚ ਕਰਕੇ ਤੇ DMV ਕੋਲ ਜਾ ਕੇ ਇਹਨਾਂ ਨੂੰ ਟੈਕਸ ਐਗਜ਼ੈਂਪਸ਼ਨ ਜਿਹੜੀ ਉਹ ਮਿਲ ਸਕਦੀ ਹੈ। ਕੋਈ ਕਰੀਬ ਜੇਕਰ ਮੈਂ ਗਲਤ ਨਾ ਹੋਵਾਂ ਤੇ $22 ਉਹਦੀ ਸਾਰੀ ਸਰਕਾਰੀ ਫੀਸ ਹੈ, ਸਿਰਫ $22 ਇਹਨਾਂ ਨੂੰ ਪੇ ਕਰਕੇ ਇਹਨਾਂ ਦਾ ਟਾਈਟਲ ਜਿਹੜਾ ਹੈ, ਜਿਵੇਂ ਜਿਹਨੂੰ ਅਸੀਂ ਮਾਲਕੀ ਕਹਿੰਦੇ ਹਾਂ, ਟਰੱਕ ਦਾ ਮਾਲਕ ਹੋਣਾ, ਉਹ ਆਪਣੇ ਨਾਮ ਇਹ ਟਰੱਕ ਜਿਹੜਾ ਇਹ ਕਰਵਾ ਸਕਦੇ। ਅਸੀਂ ਆਮ ਨਾਰਮਲ ਲਫ਼ਜ਼ ਉਹਨੂੰ ਪਿੰਕ ਸਲਿੱਪ ਵੀ ਕਹਿੰਦੇ ਹਾਂ, ਕੋਈ ਜਿਹੜੇ ਸੱਜਣ ਨਹੀਂ ਸਮਝਦੇ ਇਸ ਸਵਾਲ ਨੂੰ। ਸੋ ਪਿੰਕ ਸਲਿੱਪ ਜਿਹੜੀ ਆਪਣੇ ਨਾਂ ਕਰਵਾਉਣ ਵਾਸਤੇ ਤੁਹਾਨੂੰ ਟੈਕਸ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ IRP ਰਜਿਸਟ੍ਰੇਸ਼ਨ ਦੇ ਅਧੀਨ ਚੱਲਦੇ ਹੋ। ठीक है संदीप सिंह जी, उम्मीद है कि टाणा साहब ने ਤੁਹਾਡੇ ਸਵਾਲ ਦਾ ਜਵਾਬ ਬਖੂਬੀ ਦਿੱਤਾ ਹੈ। ਅਗਲੇ ਸਵਾਲ ਵੱਲ ਵਧਦੇ ਹਾਂ। ਔਰ ਟਾਣਾ ਸਾਹਿਬ, ਅਗਲਾ ਜਿਹੜਾ ਸਵਾਲ ਹੈ ਉਹ ਹੈ ਸੈਕਰਾਮੈਂਟੋ ਤੋਂ ਸਰਦਾਰ ਜਸਵੀਰ ਸਿੰਘ ਪੁੱਛ ਰਹੇ ਨੇ ਕਿ
FMCSA ਦੀ ਸਾਈਟ ਤੇ ਮੇਰੇ DOT ਨੰਬਰ ਤੇ ਕੁਝ ਅਜਿਹੇ ਰਿਕਾਰਡ ਸ਼ੋ ਹੋ ਰਹੇ ਨੇ ਜਿਹੜੇ ਮੇਰੇ ਟਰੱਕਾਂ ਨਾਲ ਸੰਬੰਧਿਤ ਹੀ ਨਹੀਂ, ਜਿਸ ਕਾਰਨ ਮੈਨੂੰ ਇਸ ਦੀ ਇੰਸ਼ੋਰੈਂਸ ਪਾਲਿਸੀ ਰੀਨਿਊ ਕਰਵਾਉਣ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਪੇਸ਼ ਆ ਰਹੀ ਹੈ। ਮੈਨੂੰ ਦੱਸੋ, ਮੈਨੂੰ ਕੀ ਕਰਨਾ ਚਾਹੀਦਾ? ਹਾਂਜੀ ਭਿੰਦਰ ਜੀ, ਇਹ ਸਵਾਲ ਥੋੜਾ ਜਿਹਾ ਟੇਢਾ ਕਾਫੀ ਹੈਗਾ। ਇਹ ਬੜੀ ਇੱਕ ਕਾਮਨ ਪ੍ਰੋਬਲਮਸ ਹੈਗੀਆਂ। ਕੀ ਹੁੰਦਾ ਹੈ ਕਿ ਮੈਂ ਤੁਹਾਨੂੰ ਥੋੜੀ ਜਿਹੀ ਬੈਕਗਰਾਉਂਡ 1 ਮਿੰਟ ਦੱਸ ਕੇ ਉਸ ਤੋਂ ਬਾਅਦ ਕਾਰਨ ਦੱਸਦਾ ਕਿ ਇਹਦਾ ਕੀ ਹੋ ਸਕਦਾ। ਅਕਸਰ ਕੀ ਹੁੰਦਾ ਕਿ ਜਿਹੜੇ ਖਾਸ ਕਰਕੇ ਸਿੰਗਲ ਓਨਰ ਆਪਰੇਟਰ ਹਨ, ਜਾਂ ਉਹ ਲੋਕ ਜਿਹੜੇ ਆਪਣੀਆਂ ਟਰੱਕਿੰਗ ਕੰਪਨੀਆਂ ਵਿੱਚ ਓਨਰ ਆਪਰੇਟਰ ਹਾਇਰ ਕਰਦੇ ਹਨ, ਤੇ ਉਹਨਾਂ ਦੇ ਰਜਿਸਟ੍ਰੇਸ਼ਨ ਦੇ ਉੱਤੇ ਉਸ ਜਿਹੜੀ, ਜਿਵੇਂ ਭਾਈ ਸਾਹਿਬ ਜੀ ਜਿਹਨਾਂ ਦਾ ਵੀ ਸਵਾਲ ਹੈਗਾ, ਉਹਨਾਂ ਦੀ DOT ਜਦੋਂ ਐਜ਼ ਏ ਕੈਰੀਅਰ ਰਿਸਪੌਂਸਿਬਿਲਿਟੀ ਚੇਨ ਉਹਦੇ ਉੱਤੇ ਪੈਂਦੀ ਹੈ, ਤੇ ਕੁਝ ਸਮੇਂ ਤੋਂ ਬਾਅਦ ਉਹ ਟਰੱਕ ਜਿਹੜਾ ਆ ਉਹ ਟਰੱਕਿੰਗ ਕੰਪਨੀ ਛੱਡ ਕੇ ਕਿਸੇ ਦੂਜੀ ਟਰੱਕਿੰਗ ਕੰਪਨੀ ਵਿੱਚ ਚਲਾ ਜਾਂਦਾ। ਤੇ ਕੀ ਹੁੰਦਾ ਪ੍ਰੈਕਟੀਕਲੀ ਕਿ ਜਦੋਂ ਸਕੇਲ ਦੇ ਉੱਤੇ ਜਾਂ ਔਨ ਰੋਡ ਇਨਸਪੈਕਸ਼ਨ ਕਿਸੇ ਟਰੱਕ ਦੀ ਹੁੰਦੀ ਹੈ, ਤਾਂ ਪੁਲਿਸ ਆਫੀਸਰ ਵੱਲੋਂ ਇੱਕ ਨਾਰਮਲ ਪ੍ਰੈਕਟਿਸ ਦੇ ਅਧੀਨ ਉਸ ਟਰੱਕ ਦੀ ਪਲੇਟ ਨੰਬਰ ਜਿਹੜੀ ਹੈ ਉਹਦੇ ਵਿੱਚ ਪਾਈ ਜਾਂਦੀ ਹੈ। ਜਦੋਂ ਪਲੇਟ ਨੰਬਰ ਉਹਦੇ ਅੰਦਰ ਪਾਈ ਜਾਂਦੀ ਹੈ ਤੇ ਉਹ DOT ਨੰਬਰ ਜਿਹੜਾ ਉਹ ਪੁਰਾਣਾ ਸ਼ੋ ਹੁੰਦਾ। ਅਕਸਰ ਪੁਲਿਸ ਆਫੀਸਰ ਜਿਹੜੇ ਆ ਉਹ ਇਸ ਗੱਲ 'ਚ ਅਣਗਹਿਲੀ ਕਰ ਜਾਂਦੇ ਆ ਕਿ ਉਹ ਟਰੱਕ ਦੇ ਉੱਤੇ ਜੋ ਨਵਾਂ DOT ਨੰਬਰ ਲੱਗਾ ਉਹਨੂੰ ਉਹ ਦੇਖਣ ਦੀ ਬਜਾਏ ਜਿਹੜਾ ਪੁਰਾਣਾ DOT ਨੰਬਰ ਆ, ਜਿਵੇਂ ਭਾਈ ਸਾਹਿਬ ਦੱਸ ਰਿਹਾ ਕਿ ਮੇਰੇ DOT ਦੇ ਅੰਦਰ ਕਿਸੇ ਦੇ ਟਰੱਕ ਦੀ ਜਿਹੜੀ ਆ ਉਹ ਇੰਸਪੈਕਸ਼ਨ ਦਿਖਾਈ ਦੇ ਰਹੀ ਹੈ, ਤਾਂ ਇਹ ਜਿਹੜੀ ਹੈ ਸਕੇਲ ਦੇ ਉੱਤੇ ਜਾਂ ਪੁਲਿਸ ਅਫਸਰ ਵੱਲੋਂ ਡਿਊਰਿੰਗ ਇੰਸਪੈਕਸ਼ਨ ਕੋਈ ਨਾ ਕੋਈ ਗਲਤੀ ਕੀਤੀ ਜਾਂਦੀ ਹੈ ਕਿ ਉਹ ਜਿਹੜੀ ਹੈ ਜਾਂ ਤਾਂ ਰੋਂਗ DOT ਉਹਦੇ ਵਿੱਚ ਪਾ ਦਿੱਤੀ ਜਾਂਦੀ ਹੈ, ਜੋ ਟਰੱਕ ਨੂੰ ਐਕਚੁਅਲ ਉਸ ਵਕਤ ਜਿਹੜੀ DOT ਬਿਲੋਂਗ ਕਰਦੀ ਹੈ, ਜਾਂ ਜਿਹੜੇ DOT ਨੰਬਰ ਦਾ ਉਹ ਟਰੱਕ ਉਸ ਵਕਤ ਜਿਹੜਾ DOT ਨੰਬਰ ਯੂਜ਼ ਕਰ ਰਿਹਾ ਹੈ, ਉਹ DOT ਨੰਬਰ ਨਾ ਪਾ ਕੇ ਕੋਈ ਹੋਰ DOT ਨੰਬਰ ਗਲਤੀ ਨਾਲ, ਉਹਦਾ ਕਈ ਕਾਰਨ ਹੋ ਸਕਦੇ ਆ, ਗਲਤੀ ਨਾਲ ਪੈ ਜਾਂਦੀ ਹੈ, ਤਾਂ ਫੈਡਰਲ ਮੋਟਰ ਕੈਰੀਅਰ ਦੇ ਤੁਹਾਡੇ ਪੋਰਟਲ ਦੇ ਉੱਤੇ, ਤੁਹਾਡੇ DOT ਦੇ ਉੱਤੇ ਉਸ ਟਰੱਕ ਦੀ ਇੰਸਪੈਕਸ਼ਨ ਸ਼ੋ ਹੁੰਦੀ ਹੈ। ਹਾਲਾਂਕਿ ਉਹ ਟਰੱਕ ਤੁਹਾਨੂੰ ਬਿਲੋਂਗ ਨਹੀਂ ਕਰਦਾ, ਜਾਂ ਉਹ ਪਾਸਟ ਵਿੱਚ ਤੁਹਾਨੂੰ ਕਿਤੇ ਟਰੱਕ ਬਿਲੋਂਗ ਕੀਤਾ ਹੁੰਦਾ, ਕਿਉਂਕਿ ਉਹਨਾਂ ਦੇ ਪੁਰਾਣੇ ਰੈਕਡ ਦੇ ਵਿੱਚ ਜਦੋਂ ਪਲੇਟ ਪਾਉਂਦੇ ਆ ਤਾਂ ਉਹ ਪੁਰਾਣੀ DOT ਆ ਜਾਂਦੀ ਹੈ, ਔਰ ਉਹ ਪੁਰਾਣੀ DOT ਦੇ ਉੱਤੇ ਜਿਹੜੀ ਵੀ ਇਨਕੁਆਇਰੀ ਕੀਤੀ ਹੁੰਦੀ ਹੈ, ਜਿਹੜੀ ਇੰਸਪੈਕਸ਼ਨ ਕੀਤੀ ਹੁੰਦੀ ਹੈ, ਜੋ ਸਾਈਟੇਸ਼ਨ ਦਿੱਤੀ ਹੁੰਦੀ ਹੈ, ਉਹ ਉਸ ਰੈਕਡ ਦੇ ਵਿੱਚ, ਤੁਹਾਡੇ ਰੈਕਡ ਵਿੱਚ ਚਲੀ ਜਾਂਦੀ। ਹਾਲਾਂਕਿ ਟਰੱਕ ਦੇ ਉੱਤੇ DOT ਬਾਹਰ ਹੋਰ ਲੱਗੀ ਹੁੰਦੀ ਹੈ, ਪਰ ਕਿਉਂਕਿ ਪੁਰਾਣਾ ਰੈਕਡ ਉਹਨਾਂ ਦਾ ਕਿਸ ਤਰ੍ਹਾਂ ਕੋਈ ਸ਼ੋ ਹੁੰਦਾ ਹੈ, ਔਰ ਉਹ ਤੁਹਾਡੇ DOT ਨੰਬਰ ਦੇ ਉੱਤੇ ਜਿਹੜੀ ਉਹ ਟਿਕਟ ਇਸ਼ੂ ਕਰ ਦਿੰਦੀ ਹੈ। ਇਹਦਾ ਪਹਿਲਾ ਕੰਮ ਤਾਂ ਇਹ ਹੁੰਦਾ ਕਿ ਜਦੋਂ ਤੁਹਾਡੇ ਕੋਲ ਇੰਸਪੈਕਸ਼ਨ ਦੀ ਜਿਹੜੀ ਰਸੀਦ ਹੈ ਤੁਹਾਨੂੰ ਡਰਾਈਵਰ ਲਿਆ ਕੇ ਦਿੰਦਾ, ਤਾਂ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਉਸੇ ਵਕਤ ਉਸ DOT ਨੂੰ ਚੈੱਕ ਕਰੋ ਕਿ DOT ਸਾਨੂੰ ਬਿਲੋਂਗ ਕਰਦੀ ਹੈ ਜਾਂ ਨਹੀਂ ਬਿਲੋਂਗ ਕਰਦੀ। ਨੰਬਰ 2, ਜੇਕਰ ਜਿਹੜਾ ਹੈਗਾ ਆਪਣਾ ਡਰਾਈਵਰ ਦੀ, ਜਦੋਂ ਡਰਾਈਵਰ ਇੰਸਪੈਕਸ਼ਨ ਦਾ ਪੇਪਰ ਪੁਲਿਸ ਆਫੀਸਰ ਕੋਲ ਫੜਦਾ, ਤਾਂ ਇਹ ਡਰਾਈਵਰ ਦੀ ਡਿਊਟੀ ਵੀ ਬਣਦੀ ਹੈ ਕਿ ਉਹਦੇ ਉੱਤੇ ਜਿਹੜੀ DOT ਨੰਬਰ ਪਿਆ ਹੈਗਾ ਉਹਨੂੰ ਚੈੱਕ ਕਰੇ ਕਿ DOT ਨੰਬਰ ਗਲਤ ਤਾਂ ਨਹੀਂ ਪਿਆ। ਜੇਕਰ ਗਲਤ ਪਿਆ ਤੇ ਉਸੇ ਵਕਤ ਉਹਨੂੰ ਪੁਲਿਸ ਅਫਸਰ ਨੂੰ ਕਹਿ ਕੇ ਉਹਨੂੰ ਕਰੈਕਟ ਕਰਾਵੇ। ਜੇਕਰ ਇਹ ਵੀ ਨਹੀਂ ਹੋ ਸਕਿਆ, ਤਾਂ ਹੁਣ ਜਿਵੇਂ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਉਹ ਜਦੋਂ ਹੋਰ ਟਰੱਕਾਂ ਦੀ ਇੰਸਪੈਕਸ਼ਨ ਇਹਨਾਂ ਦੇ ਪੋਰਟਲ ਦੇ ਉੱਤੇ ਸ਼ੋ ਹੋ ਰਹੀ ਹੈ, ਤਾਂ ਆਬਵੀਅਸਲੀ ਹੈ ਕਿ ਇੰਸ਼ੋਰੈਂਸ ਕੰਪਨੀ ਜਦੋਂ ਜਾ ਕੇ ਉਸ ਪੋਰਟਲ ਨੂੰ ਚੈੱਕ ਕਰਦੀ ਹੈ ਤੇ ਉਹਨੂੰ ਇੰਜ ਲੱਗਦਾ ਕਿ ਇਹਨਾਂ ਦੇ ਅੰਡਰ ਹੋਰ ਵੀ ਟਰੱਕ ਚੱਲ ਰਹੇ ਹਨ ਜਿਹੜੇ ਕਿ ਐਕਚੁਅਲੀ ਉਹਨਾਂ ਨੂੰ ਬਿਲੋਂਗ ਨਹੀਂ ਕਰਦੇ। ਸੋ ਇੰਸ਼ੋਰੈਂਸ ਕੰਪਨੀ ਇਸ ਗੱਲ ਤੋਂ ਕੰਨੀ ਕਤਰਾਉਂਦੀ ਹੈ ਕਿ ਇਹ ਪਾਲਿਸੀ ਵਿੱਚ ਇਹ ਕੰਪਨੀ ਘੱਟ ਟਰੱਕ ਸ਼ੋ ਕਰਦੀ ਹੈ, ਪਰ ਐਕਚੁਅਲੀ ਇਹ ਟਰੱਕ ਵੱਧ ਚਲਾਉਂਦੇ ਆ। ਸੋ ਉਸ ਕੇਸ ਵਿੱਚ ਇੰਸ਼ੋਰੈਂਸ ਕੰਪਨੀ ਦਾ ਨਾ ਇੰਸ਼ੋਰੈਂਸ ਦੇਣਾ ਬੜਾ ਸੁਭਾਵਿਕ ਹੈ। ਸੋ ਇਹਨਾਂ ਵਾਸਤੇ ਕੀ ਹੈ ਕਿ ਇਹ ਫੈਡਰਲ ਮੋਟਰ ਕੈਰੀਅਰ ਦੀ ਸਾਈਟ ਤੇ ਜਾਣ ਜਾਂ ਆਪਣੇ ਏਜੰਟ ਨੂੰ ਦੱਸਣ। ਉਹਦੀ ਡਿਊਟੀ ਬਣਦੀ ਹੈ ਕਿ ਉਹਨੂੰ ਅਸੀਂ ਕਹਿੰਦੇ ਡੇਟਾ ਕਿਊ ਫਾਈਲ ਕਰਨਾ। ਉਹ ਉਸ ਮੋਟਰ ਕੈਰੀਅਰ ਸਾਈਟ ਤੇ ਜਾ ਕੇ ਡੇਟਾ ਕਿਊ ਦੀ ਫਾਈਲਿੰਗ ਜਿਹੜੀ ਆ ਥੋੜੀ ਜਿਹੀ ਔਖੀ ਹੈ, ਪਰ ਹਾਂ ਜਿਹੜੇ ਬੰਦੇ ਨੌਲੇਜ ਰੱਖਦੇ ਆ ਉਹਨਾਂ ਨੂੰ ਪਤਾ ਕਿਵੇਂ ਕਰਨੀ ਹੈ। ਡੇਟਾ ਕਿਊ ਫਾਈਲਿੰਗ ਹੁੰਦੀ ਹੈ ਕਿ ਜਿਹਦੇ ਅੰਦਰ ਜਾ ਕੇ ਤੁਸੀਂ ਉਸ ਕੀ ਹੋਈ ਇੰਸਪੈਕਸ਼ਨ ਨੂੰ ਜਾਂ ਉਸ ਰੈਕਡ ਨੂੰ ਚੈਲੰਜ ਕਰ ਸਕਦੇ ਹੋ। ਤੁਸੀਂ ਜੇਕਰ ਤੁਹਾਡੇ ਕੋਲ ਪ੍ਰੂਫ ਹੈ ਤੇ ਉਸ ਤੁਸੀਂ ਪ੍ਰੂਫ ਸਬਮਿਟ ਕਰਦੇ ਹੋ, ਉਹਨੂੰ ਅਟੈਚ ਕਰ ਸਕਦੇ ਹੋ। ਸੋ ਉਹ ਤੁਹਾਨੂੰ ਉਹਦੀ ਸਾਰੀ ਕਹਾਣੀ ਲਿਖਣੀ ਪੈਂਦੀ ਹੈ ਕਿ ਇਹ ਜਿਹੜੀ ਹੈ ਟਿਕਟ ਇਹ ਮੈਨੂੰ ਕਿਉਂ ਬਿਲੋਂਗ ਨਹੀਂ ਕਰਦੀ, ਜਾਂ ਇਹ ਕਿਉਂ ਮੇਰੇ ਰੈਕਡ ਦੇ ਗੱਲ ਚੜੀ ਹੈ। ਤੇ ਜੇਕਰ ਤੁਸੀਂ ਸਹੀ ਹੋ ਜਾਂ ਤੁਹਾਡੇ ਕੋਲ ਉਸ ਚੀਜ਼ ਦਾ ਡਾਕੂਮੈਂਟਰੀ ਪ੍ਰੂਫ ਹੈ,
ਤਾਂ ਤੁਸੀਂ ਜਦੋਂ ਸਬਮਿਟ ਕਰਦੇ ਹੋ ਤਾਂ ਜੇਕਰ ਤੁਸੀਂ ਸਹੀ ਹੋ ਜਾਂ ਸੱਚੇ ਹੋ ਤਾਂ 90% ਕੇਸਿਸ ਦੇ ਵਿੱਚ ਜਾਂ ਕਹਿ ਲਓ ਕਿ 95% ਕੇਸਿਸ ਦੇ ਵਿੱਚ ਉਹ ਤੁਹਾਡੀ ਜਿਹੜੀ जी ਸਾਈਟੇਸ਼ਨ ਤੁਹਾਡੇ ਰੈਕਡ ਦੇ ਵਿੱਚੋਂ ਡਿਸਮਿਸ ਹੋ ਜਾਂਦੀ ਹੈ ਔਰ ਤੁਹਾਨੂੰ ਜਿਹੜੀ ਆ ਉਹ ठीक ਤੁਹਾਡਾ ਰੈਕਡ ਉਹ ਕਲੀਅਰ ਹੋ ਜਾਂਦਾ। ਸੋ ਮੇਰੀ ਇਹਨਾਂ ਨੂੰ ਮੈਂ ਰਿਕਮੈਂਡੇਸ਼ਨ ਹੈ ਕਿ ਆਪਣੇ ਉਹ ਸਾਰੇ ਇੰਸਪੈਕਸ਼ਨ ਜਿਹੜੀਆਂ ਉਹ ਆਪਣੇ ਏਜੰਟ ਨੂੰ ਜਾਂ ਜਿਹੜਾ ਵੀ ਕੋਈ ਕੁਆਲੀਫਾਈਡ ਬੰਦਾ ਹੈ ਉਹਨੂੰ ਦਿਖਾਉਣ ਔਰ जी ਉਹਦੀ ਡਾਟਾ ਫਾਈਲਿੰਗ ਜਿਹੜੀ ਡੇਟਾ ਕਿਊ ਫਾਈਲਿੰਗ ਜਿਹੜੀ ਆ ਉਹਨੂੰ ਕਰਕੇ ਉਹਨੂੰ ਚੈਲੰਜ ਕਰਨ। ठीक है। सो टाणा साहब तेजी ਨਾਲ ਅੱਗੇ ਵਧਦੇ ਹਾਂ ਕਿਉਂਕਿ ਸਮਾਂ ਸਾਡੇ ਕੋਲ ਘੱਟ ਹੈ ਔਰ ਸਵਾਲ ਸਾਡੇ ਕੋਲ ਜ਼ਿਆਦਾ ਨਹੀਂ। ਇਸ ਵਾਰੀ ਸਾਨੂੰ ਫੇਸਬੁੱਕ ਤੇ ਵੀ ਕਈ ਲੋਕਾਂ ਨੇ ਸਾਨੂੰ ਸਵਾਲ ਕੀਤੇ ਨੇ ਔਰ ਭਾਰਤ ਤੋਂ ਸ਼ਬੀਰ ਅਹਿਮਦ ਜਿਹੜੇ ਨੇ ਉਹ ਸਾਨੂੰ ਸਵਾਲ ਕਰ ਰਹੇ ਨੇ ਕਿ ਮੇਰੇ ਕੋਲ ਇੱਕ ਹੈਵੀ ਟਰੱਕ ਦਾ ਡਰਾਈਵਿੰਗ ਲਾਇਸੈਂਸ ਮੌਜੂਦ ਹੈ ਅਤੇ ਮੈਨੂੰ 8 ਸਾਲਾਂ ਦਾ ਤਜਰਬਾ ਵੀ ਹੈ। ਮੈਂ ਅਮਰੀਕਾ ਵਿੱਚ ਡਰਾਈਵਿੰਗ ਦੀ ਨੌਕਰੀ ਕਰਨਾ ਚਾਹੁੰਦਾ, ਮੈਨੂੰ ਕੀ ਕਰਨਾ ਪਏਗਾ? ਸੋ ਮੈਨੂੰ ਲੱਗਦਾ ਹੈ ਕਿ ਇਹ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਉਹਨਾਂ ਨੂੰ ਇੱਕ ਤਾਂ ਪੁੱਛਣਾ ਚਾਹੀਦਾ, ਪਰ ਫਿਰ ਵੀ ਉਹਨਾਂ ਨੇ ਸਾਨੂੰ ਸਵਾਲ ਕੀਤਾ, ਸੋ ਬਿਲਕੁਲ ਸਾਨੂੰ ਇਸ ਸਵਾਲ ਨੂੰ ਸਾਨੂੰ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਬਿਲਕੁਲ ਦੇਖੋ ਇਹ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਵਾਲ ਹੈ। ਮੇਰਾ ਖਿਆਲ ਆ ਵੀ ਇਹ ਸਾਡੇ ਇੱਕ ਤਾਂ ਜੁਰੀਡਿਕਸ਼ਨ ਦੇ ਵਿੱਚ ਮੇਰੀ ਚ ਨਹੀਂ ਆਉਂਦਾ। ਉਹ ਜਿੱਦ ਤੱਕ ਮੈਂ ਮੋਟੇ ਰੂਪ ਵਿੱਚ ਜਾਣਦਾ ਕਿ ਐਸ ਸੱਚ ਐਸਾ ਅਮਰੀਕਾ ਦੇ ਵਿੱਚ ਕੋਈ ਖਾਸ ਸਿਸਟਮ ਨਹੀਂ ਹੈ ਕਿ ਇੰਡੀਆ ਤੋਂ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਇੱਥੇ ਹਾਇਰ ਕੀਤਾ ਜਾ ਸਕੇ। ਹਾਂ, ਕੈਨੇਡਾ ਦੇ ਵਿੱਚ ਕੁਝ ਪ੍ਰੋਗਰਾਮ ਜ਼ਰੂਰ ਹਨ ਜਿਵੇਂ ਕਿ LMIA ਜੀ ਉਹਨਾਂ ਦੀ ਲੱਗਦੀ ਹੈ। ਉਹਨਾਂ ਵਿੱਚ ਕਾਫੀ ਪ੍ਰੋਗਰਾਮ ਹਨ ਕਿ ਜੇਕਰ ਤੁਹਾਡੇ ਆਈਲੈਟਸ ਵਗੈਰਾ ਤੁਹਾਡੇ ਤੁਸੀਂ ਕਲੀਅਰ ਕੀਤਾ ਹੈ, ਤੁਹਾਡੇ ਕੋਲ ਇੰਨੇ ਸਮੇਂ ਦਾ 3 ਸਾਲ ਦਾ ਸ਼ਾਇਦ ਤੁਹਾਡੇ ਕੋਲ ਜੇ ਹੈਵੀ ਡਿਊਟੀ ਲਾਇਸੈਂਸ ਹੈ, ਉਹਨਾਂ ਵਿੱਚੋਂ ਕਿਹੜੇ ਕਿਹੜੇ ਦੇਸ਼ ਕੁਆਲੀਫਾਈ ਕਰਦੇ? ਦੁਬਈ ਜਾਂ ਜਿਹੜੇ ਅਰਬਨ ਕੰਟਰੀਜ਼ ਹੈਗੇ ਆ, ਅਰੇਬੀਅਨ ਕੰਟਰੀਜ਼ ਹੈਗੇ ਆ, ਉਹ ਕਾਫੀ ਕੁਆਲੀਫਾਈ ਕਰਦੇ ਆ। ਉਹਨਾਂ ਵਿੱਚ ਜਿਹਨਾਂ ਕੋਲ ਹੈਵੀ ਲਾਇਸੈਂਸ ਹੈਗਾ ਉਹ ਕਰ ਸਕਦੇ ਆ। ਪਰ ਫਿਰ ਵੀ ਇਹ ਕਿਉਂਕਿ ਸਾਡਾ ਮੇਰੀ ਜੁਰੀਡਿਕਸ਼ਨ ਦਾ ਸਵਾਲ ਨਹੀਂ ਹੈ ਜਾਂ ਮੇਰੇ ਏਰੀਆ ਦਾ ਸਵਾਲ ਨਹੀਂ ਹੈ, ਇਹ ਕਾਈਂਡ ਆਫ ਮੋਰ ਇਮੀਗ੍ਰੇਸ਼ਨ ਦਾ ਸਵਾਲ ਹੈ। ਅਮਰੀਕਾ ਦੇ ਵਿੱਚ ਜਿੱਦ ਤੱਕ ਮੈਨੂੰ ਆਸ ਹੈ ਐਸਾ ਕੋਈ ਪ੍ਰਬੰਧ ਨਹੀਂ ਹੈ, ਪਰ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਬਹੁਤ ਹੀ ਲੜਕੇ ਜਿਹੜੇ ਆ ਇਮੀਗ੍ਰੇਸ਼ਨ ਲੈ ਰਹੇ ਆ ਆਪਣੇ ਹੈਵੀ ਡਿਊਟੀ ਲਾਇਸੈਂਸ ਦੇ ਉੱਤੇ। ਪਰ ਉਹਨਾਂ 'ਚ ਕਿਹੜੇ ਕਿਹੜੇ ਦੇਸ਼ ਕੁਆਲੀਫਾਈ ਕਰਦੇ ਆ, ਮੈਂ ਸਮਝਦਾ ਕਿ ਇਹਨਾਂ ਨੂੰ ਕਿਸੇ ਪ੍ਰੋਪਰ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਇਸ ਗੱਲ ਬਾਰੇ ਰਾਬਤਾ ਕਾਇਮ ਕਰਨਾ ਚਾਹੀਦਾ। ਬਿਲਕੁਲ ਸ਼ਬੀਰ ਜੀ, ਅਸੀਂ ਵੀ ਕਹਾਂਗੇ ਕਿ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਜ਼ਰੂਰ ਸਲਾਹ ਕਰੋ ਤਾਂ ਜੋ ਤੁਸੀਂ ਗਲਤ ਚੱਕਰ 'ਚ ਨਾ ਪਾਓ। ਅਗਲੇ ਸਵਾਲ ਵੱਲ ਵਧਦੇ ਹਾਂ ਟਾਂਡਾ ਸਾਹਿਬ। ਅਗਲਾ ਸਵਾਲ ਆਬੂ ਧਾਬੀ ਤੋਂ ਆਇਆ ਹੈ। ਗੁਰਵਿੰਦਰ ਸਿੰਘ ਸਾਨੂੰ ਫੇਸਬੁੱਕ ਤੇ ਉਹਨਾਂ ਨੇ ਆਪਣਾ ਸਵਾਲ ਛੱਡਿਆ ਔਰ ਸਵਾਲ ਇਹਨਾਂ ਦਾ ਵੀ ਇਮੀਗ੍ਰੇਸ਼ਨ ਨਾਲ ਹੀ ਹੈ, ਕਿਤੇ ਨਾ ਕਿਤੇ ਸੰਬੰਧਿਤ ਹੈ। ਪਰ ਸਵਾਲ ਹੈ ਕਿ ਮੇਰੇ ਕੋਲ ਆਬੂ ਧਾਬੀ ਦਾ ਹੈਵੀ ਡਰਾਈਵਿੰਗ ਲਾਇਸੈਂਸ ਮੌਜੂਦ ਹੈ ਅਤੇ ਨਾਲ ਹੀ ਮੈਨੂੰ ਡੀਜ਼ਲ ਮਕੈਨੀਕਲ ਦਾ 7 ਸਾਲਾਂ ਦਾ ਤਜਰਬਾ ਵੀ ਹੈ। ਕੀ ਮੇਰੇ ਲਈ ਅਮਰੀਕਾ ਵਿੱਚ ਨੌਕਰੀ ਮਿਲਣਾ ਸੰਭਵ ਹੈ? ਕੀ ਬਿਲਕੁਲ, ਕਹੋਗੇ? ਫਿਰ ਲਗਭਗ ਉਹੀ ਜਵਾਬ ਇਹਦਾ ਵੀ ਬਣਦਾ ਹੈ ਕਿ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਵਾਲ ਹੈ। ਜਿੱਦ ਤੱਕ ਮੈਨੂੰ ਜੀ ਆਬੂ ਧਾਬੀ ਦਾ ਪਤਾ ਹੈ, ਇਹ ਗੱਲ ਮੈਂ ਆਪਣੇ ਜਾਤੀ ਤਜਰਬੇ ਦੇ ਆਧਾਰ ਤੇ ਕਹਿ ਸਕਦਾ ਕਿ ਮੈਂ ਕਾਫੀ ਐਸੇ ਸੱਜਣਾਂ ਨੂੰ ਜਾਣਦਾ ਕਿ ਜਿਹੜੇ ਦੁਬਈ, ਆਬੂ ਧਾਬੀ, ਇਰਾਕ, ਈਰਾਨ ਇਹਨਾਂ ਕੰਟਰੀਜ਼ ਦੇ ਵਿੱਚ ਟਰੱਕ ਚਲਾਉਂਦੇ ਸੀ ਔਰ ਉਹਨਾਂ ਕੋਲ 2-3 ਸਾਲ ਦਾ ਉੱਪਰ ਦਾ ਤਜਰਬਾ ਸੀ। ਉਹਨਾਂ ਨੇ ਆਈਲੈਟਸ ਦੇ ਸ਼ਾਇਦ 5.5 ਬੈਂਡ ਹੈ, ਜੇਕਰ ਮੈਂ ਗਲਤ ਨਾ ਹੋਵਾਂ, 5.5 ਜੀ ਬੈਂਡ ਦੇ ਕਰੀਬ ਉਹਨਾਂ ਨੂੰ ਕਲੀਅਰ ਕਰਨੇ ਪੈਂਦੇ ਆ। ਔਰ ਇੱਥੋਂ ਕੈਨੇਡਾ ਦੇ ਵਿੱਚੋਂ ਉਹਨਾਂ ਦੇ ਕੋਲੋਂ ਕਿਸੇ ਕੰਪਨੀ ਦੀ ਬਕਾਇਦਾ ਟਰੱਕਿੰਗ ਕੰਪਨੀ ਦੀ ਬਕਾਇਦਾ ਸਪਾਂਸਰਸ਼ਿਪ ਚਾਹੀਦੀ ਹੈ। ਔਰ ਇਸ ਤਰ੍ਹਾਂ ਜੀ ਲੜਕੇ ਜਿਹੜੇ ਆ ਉਹ ਕਾਫੀ ਇਮੀਗ੍ਰੇਸ਼ਨ ਲੈ ਰਹੇ ਆ ਔਰ ਇੱਕ ਬਹੁਤ ਔਖਾ ਜ਼ਿਆਦਾ ਢੰਗ ਨਹੀਂ ਹੈ। ਇਹ ਬਿਲਕੁਲ ਇਹ ਪੋਸੀਬਲ ਹੈ। ਅਮਰੀਕਾ ਦੇ ਵਾਸਤੇ ਬਿਲਕੁਲ ਪੋਸੀਬਲ ਨਹੀਂ ਹੈ, ਪਰ ਕੈਨੇਡਾ ਵਾਸਤੇ ਇਹ ਕਾਫੀ ਹੱਦ ਤੱਕ ਪੋਸੀਬਲ ਹੈ ਔਰ ਐਵੇਂ ਜੀ ਹੋ ਰਿਹਾ। ਮੇਰੇ ਖਿਆਲ ਨਾਲ ਇਹਨਾਂ ਨੂੰ ਫਿਰ ਉਹੀ ਸਵਾਲ ਕਿ ਕਿਸੇ ਕੈਨੇਡਾ ਦੇ ਕਿਸੇ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ, ਕਿਸੇ ਇਮਾਨਦਾਰ ਕੰਸਲਟੈਂਟ ਦੇ ਨਾਲ, ਜਾਂ ਹਿੰਦੁਸਤਾਨ ਦੇ ਵਿੱਚ ਕਿਸੇ ਜਾਂ ਆਪਣੇ ਆਬੂ ਧਾਬੀ ਵਿੱਚ ਕਿਸੇ ਇਮਾਨਦਾਰ ਕੰਸਲਟੈਂਟ ਦੇ ਨਾਲ ਕੰਸਲਟ ਕਰਕੇ ਉਸ ਚੀਜ਼ ਦੀ ਪ੍ਰੋਸੈਸ ਜਿਹੜੀ ਆ ਉਹ ਬਕਾਇਦਾ ਸਟਾਰਟ ਕਰਵਾਉਣੀ ਚਾਹੀਦੀ ਹੈ। ਇਹ ਜਿਹੜੇ ਕਹਿ ਕੇ ਇਹ ਮੇਰੇ ਖਿਆਲ ਨਾਲ ਕੁਆਲੀਫਾਈ ਮੋਟੇ ਰੂਪ ਵਿੱਚ ਦੇਖਿਆ ਜਾਵੇ ਤੇ ਜੇਕਰ ਇਹ ਅਰੇਬੀਅਨ ਕੰਟਰੀ ਵਿੱਚ ਹਨ ਤੇ ਕੁਆਲੀਫਾਈ ਕਰਦੇ ਹਨ। ਬਾਕੀ ਜਿਹੜੀਆਂ ਕੁਆਲੀਫਿਕੇਸ਼ਨ ਹੋਰ ਕੀ ਹਨ, ਇਹਨਾਂ ਨੂੰ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਰੱਖ ਕੇ ਜਾਂ ਦੇ ਨਾਲ ਰਾਬਤਾ ਕਾਇਮ ਕਰਕੇ ਪਤਾ ਕਰਨੀਆਂ ਚਾਹੀਦੀਆਂ। ਪਰ ਅਮਰੀਕਾ ਦੇ ਵਿੱਚ ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਜਿੱਦ ਤੱਕ ਮੈਂ ਸਮਝਦਾ ਕਿ ਇਹ ਐਸਾ ਕੋਈ ਵੀ ਸਿਸਟਮ ਨਹੀਂ ਕਿ ਤੁਸੀਂ ਐਜ਼ ਏ ਡਰਾਈਵਰ ਜਾਂ ਐਜ਼ ਏ ਡੀਜ਼ਲ ਮਕੈਨਿਕ ਇੱਥੇ ਇਮੀਗ੍ਰੇਸ਼ਨ ਲੈ ਸਕੋ। ਚਲੋ ਬਹੁਤ ਬਹੁਤ ਸ਼ੁਕਰੀਆ ਟਾਂਡਾ ਸਾਹਿਬ। ਇੱਥੇ ਹੀ ਸਵਾਲ ਜਵਾਬਾਂ ਦਾ ਅਸੀਂ ਸਿਲਸਿਲਾ ਖਤਮ ਕਰਦੇ ਹਾਂ ਔਰ ਨਾਰਥ ਅਮਰੀਕਾ ਟਰੱਕਿੰਗ ਸ਼ੋਅ ਵਿੱਚ ਆਪਣਾ ਕੀਮਤੀ ਸਮਾਂ ਦੇਣ ਲਈ ਟਾਂਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਹਮੇਸ਼ਾ ਤੁਸੀਂ ਆਪਣੀ ਜਿਹੜੇ ਜਵਾਬ ਦਿੰਦੇ ਹੋ ਔਰ ਸਾਡੇ ਦਰਸ਼ਕਾਂ ਨੂੰ ਬੇहद ਪਸੰਦ ਵੀ ਆਉਂਦੇ ਨੇ, ਤਾਂ ਹੀ ਸਵਾਲਾਂ ਦਾ ਸਿਲਸਿਲਾ ਵੀ ਅੱਗੇ ਤੁਰਦਾ ਹੈ। ਬਹੁਤ ਬਹੁਤ ਸ਼ੁਕਰੀਆ ਟਾਂਡਾ ਸਾਹਿਬ। ਸ਼ੁਕਰੀਆ ਪ੍ਰਦਰਸ਼ਨ ਜੀ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ, ਸੁਣਨ ਵਾਲੇ ਸਾਰੇ ਦਰਸ਼ਕਾਂ ਦਾ, ਦੇਖਣ ਵਾਲੀਆਂ ਸਾਰੀਆਂ ਅੱਖਾਂ ਦਾ ਮੇਰੇ ਵੱਲੋਂ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਨਾ ਔਰ ਸਾਰੇ ਹੀ ਦਰਸ਼ਕਾਂ ਦਾ ਔਰ ਤੁਹਾਡਾ ਸਾਰੀ ਟੀਮ ਦਾ ਮੈਨੂੰ ਸਾਰਿਆਂ ਨੂੰ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸੋ ਜੇਕਰ ਮੇਰੇ ਦਰਸ਼ਕ ਮੈਨੂੰ ਸੰਪਰਕ ਕਰਨਾ ਚਾਹੁੰਦੇ ਨੇ, ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਜ਼ਰੂਰ ਸਾਨੂੰ ਲਿਖ ਭੇਜੋ। ਟਾਂਡਾ ਸਾਹਿਬ ਬੈਠੇ ਨੇ, ਸਾਡੇ ਹੋਰ ਜਿਹੜੇ ਖਾਸ ਮਹਿਮਾਨ ਉਹ ਬੈਠੇ ਨੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੇ ਲਈ। ਸਾਡਾ ਈਮੇਲ ਪਤਾ ਹੈ info@cktimetv.com। ਸਾਨੂੰ ਤੁਸੀਂ WhatsApp ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡਾ WhatsApp ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @ਬਲੰਦਰ ਆਫੀਸ਼ੀਅਲ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਰਥ ਅਮਰੀਕਾ ਟਰੱਕਿੰਗ ਸ਼ੋਅ ਨਾਲ ਜੁੜਨ ਦੇ ਲਈ। ਧੰਨਵਾਦ।